ਬੋਪਾ ਰਾਏ ਸਾਹਿਬ SS ਬੋਪਾ ਰਾਏ IAS ਅਧਿਕਾਰੀ ਕਿਵੇਂ ਬਣੇ? ਇਹ ਸੁਪਨਾ ਸੀ ਜਾਂ ਅਚਾਨਕ ਹੋ ਗਿਆ? ਸੋ ਵਿਰਸਾ ਇਸ ਕਰਕੇ ਮੈਂ ਕਹੂੰਗਾ ਬਹੁਤ ਸਟਰੋਂਗ ਸੀ ਕਿ ਕੋਈ ਮੁਸ਼ਕਿਲ ਵੱਡੀ ਨਹੀਂ ਹੈ। ਫਰਜ਼ ਇਹੋ ਹੀ ਹੈ ਕਿ ਰਾਈਟ ਐਂਡ ਰੋਂਗ ਦਾ ਪਤਾ ਹੋਣਾ ਚਾਹੀਦਾ, ਤੇ ਜੇ ਰੋਂਗ ਹੈ ਤੇ ਫਿਰ ਖੜੇ ਹੋਣਾ ਚਾਹੀਦਾ। ਤੁਹਾਡੇ ਵੇਲੇ ਦਾ ਪੰਜਾਬ ਤੇ ਅੱਜ ਦਾ ਪੰਜਾਬ ਵਿੱਚ ਕੀ ਫਰਕ ਹੈ? ਪੰਕਚੁਅਲਿਟੀ ਖਤਮ ਹੋ ਗਈ ਹੈ, ਮੈਰਿਟ ਖਤਮ ਹੋ ਗਿਆ ਹੈ। ਜਦੋਂ SSP ਨੂੰ ਜ਼ਿਲ੍ਹਾ ਦੇਣਾ ਤੇ ਬੋਲੀ ਲੱਗਦੀ, ਜਦੋਂ DC ਨੂੰ ਜ਼ਿਲ੍ਹਾ ਦੇਣਾ ਤੇ ਬੋਲੀ ਲੱਗਦੀ, ਇੱਥੋਂ ਤੱਕ ਤਹਿਸੀਲਦਾਰ ਨੂੰ ਉਹਦੀ ਵੀ ਬੋਲੀ ਲੱਗਦੀ ਹੈ, SHO DSP ਤੱਕ ਬੋਲੀ ਲੱਗਦੀ। ਤੁਹਾਡੇ ਸਮੇਂ 'ਚ ਵੀ ਇੱਦਾਂ ਦੀ ਗੱਲ ਚੱਲਦੀ ਸੀ ਵੀ ਜਦੋਂ ਅਫਸਰਸ਼ਾਹੀ ਭਾਰੂ ਹੋ ਜੇ ਤੇ ਫਿਰ ਉਹ ਸੂਬੇ ਦੀ ਹਾਲਤ ਮਾੜੀ ਹੁੰਦੀ ਹੈ? ਤੁਸੀਂ ਕੈਰੋਂ ਸਾਹਿਬ ਦੀ ਗੱਲ ਕਰਦੇ, ਜੇ ਉਹ ਦਬਾ ਕੇ ਰੱਖਦੇ ਚੰਗੀ ਗੱਲ ਨਹੀਂ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੂੰ 4.5 ਸਾਲ ਬਾਅਦ ਇੱਦਾਂ ਕੁਰਸੀ ਤੋਂ ਸੁੱਟਿਆ ਕਾਂਗਰਸ ਨੂੰ, ਉਹਦੇ ਦੋਸ਼ ਹੀ ਇਹੀ ਸੀ ਵੀ ਉਹ ਅਫਸਰਸ਼ਾਹੀ 'ਚ ਘਿਰੇ ਸੀ ਤੇ ਜਿਹਦੇ ਕਰਕੇ ਪੰਜਾਬ ਦਾ ਸੱਤਿਆਨਾਸ਼ ਹੋ ਗਿਆ, ਉਹਨਾਂ ਨੂੰ ਕੁਰਸੀ ਵੀ ਖਵਾਉਣੀ ਪਈ। ਤੁਸੀਂ ਕੋਈ ਉਮੀਦ ਕਰ ਸਕਦੇ ਹੋ ਬਾਦਲ ਪਰਿਵਾਰ ਤੋਂ ਆ ਜਾਣ ਜਾਂ ਇਹ ਆ ਜਾਣ? ਸਾਰੇ ਟੱਬਰ ਲੱਗੇ ਹੋਏ ਨੇ ਪੈਸੇ ਬਣਾਉਣ, ਇੱਕ ਅੱਧਾ ਵੀ ਨਹੀਂ ਇਹਨਾਂ 'ਚੋਂ ਇਮਾਨਦਾਰ, ਸਾਰੇ ਟੱਬਰ ਲੱਗੇ ਹੋਏ ਨੇ। ਆਪਣੀ ਹੁਣ ਵਾਲੇ ਮੋਦੀ ਜੀ ਜੋ ਕਰਦੇ, ਜਿਹਦਾ ਚਿੱਠਾ ਖੋਲ੍ਹ ਲੈਂਦੇ, ਕਿਉਂ ਸਾਰੇ ਖਾਣੇ ਨੇ ਹੁਣ ਕਿਵੇਂ ਮੱਖੀਆਂ ਵਾਂਗੂ BJP 'ਚ ਸ਼ਾਮਿਲ ਹੋਏ, ਇੱਧਰੋਂ ਛੱਡ ਕੇ ਮੰਤਰੀ MLA ਹੋਰ ਸਾਰਾ। ਭਗਵੰਤ ਸਿੰਘ ਮਾਨ ਦੀ ਸਰਕਾਰ ਤੇ ਕਿੰਨੀ ਕਾਸ? ਸਦਾ ਭਗਵੰਤ ਸਿੰਘ ਮਾਨ ਦਾ ਦੁਸ਼ਮਣ ਸਦਾ ਭਗਵੰਤ ਸਿੰਘ ਮਾਨ ਹੈ। ਜੇ ਉਹਨੇ ਆਪਣੀ ਸ਼ਰਾਬ ਤੇ ਕੰਟਰੋਲ ਨਾ ਕੀਤਾ, ਉਹ ਬਹੁਤ ਜਲਦੀ ਸਭ ਕੁਝ ਗਵਾ ਬੈਠੇਗਾ। ਹੁਣ ਚੰਨੀ ਨਾਲ ਕੀ ਹੋਇਆ? ਕੁਝ ਮਹੀਨਿਆਂ ਚੀਫ ਮਿਨਿਸਟਰੀ ਗਵਾ ਬੈਠਾ, ਜੋ ਸੱਚੀ ਗੱਲ ਬਾਹਰ ਆ ਗਈ। ਪੌਣੇ 3 ਕਰੋੜ ਪੰਜਾਬੀਆਂ ਦੀ ਆਪਣੇ ਪੰਜਾਬ ਪ੍ਰਤੀ ਬਹੁਤ ਵੱਡੀ ਚਿੰਤਾ। ਹੁਣ ਤੇ ਨਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਹ ਕਹਿੰਦੇ ਨੇ ਵੀ ਜੇ ਅਸੀਂ ਪੰਜਾਬ ਨੂੰ ਪੰਜਾਬ ਬਣਿਆ ਰਹਿਣ ਦੀਏ ਤੇ ਇਹ ਵੀ ਬੜੀ ਵੱਡੀ ਗਨੀਮਤ ਹੈ। ਪਰ ਸਵਾਲ ਬੜੇ ਵੱਡੇ ਨੇ। ਕਰਜ਼ਾ ਕਹਿੰਦੇ ਹੁਣ 3.5 ਲੱਖ ਕਰੋੜ ਪਹੁੰਚ ਗਿਆ। ਡਰੱਗ ਖਹਿੜਾ ਨਹੀਂ ਛੱਡ ਰਹੀ। ਬੇਰੁਜ਼ਗਾਰੀ ਘਟਣ ਦੀ ਥਾਂ ਤੇ ਵੱਧ ਰਹੀ ਹੈ। ਔਰ ਇਸ ਤੋਂ ਵੱਡੀ ਜਿਹੜੀ ਗੱਲ, ਜਿਹੜੀ ਸ਼ਾਇਦ ਕਿਸੇ ਨੂੰ ਬਹੁਤੀ ਦਿਸਦੀ ਨਹੀਂ, ਪੰਜਾਬੀਆਂ ਦੀ ਉਹ ਮੜਕ, ਪੰਜਾਬੀਆਂ ਦੀ ਉਹ ਅਣਖ ਔਰ ਪੰਜਾਬੀਆਂ ਦਾ ਉਹ ਸੱਭਿਆਚਾਰ ਤੇ ਵਿਰਸਾ, ਯੂਨਿਟੀ। ਇੱਕ ਪਿੰਡ ਦੀ ਧੀ ਨੂੰ ਸਾਰਾ ਪਿੰਡ ਸਮਝੇ ਸਾਡੀ ਧੀ ਹੈ, ਇੱਦਾਂ ਦੀਆਂ ਗੱਲਾਂ ਕਿਉਂ ਖਤਮ ਹੋ ਰਹੀਆਂ? ਇਹ ਇੱਕ ਬੜਾ ਵਿਚਾਰਨ ਦਾ ਵਿਸ਼ਾ, ਤੇ ਇਹਦੇ ਲਈ ਅਸੀਂ ਦਾ ਸਮਰ ਨਿਊਜ਼ ਵੱਲੋਂ ਯਤਨ ਕਰ ਰਹੇ ਹਾਂ ਉਹ ਸ਼ਖਸੀਅਤਾਂ ਪੰਜਾਬ ਦੀਆਂ ਜਿਨ੍ਹਾਂ ਦਾ ਨਾਂ ਲੈ ਕੇ ਮਾਣ ਮਹਿਸੂਸ ਹੁੰਦਾ, ਉਹਨਾਂ ਨਾਲ ਚਰਚਾ ਕੀਤੀ ਜਾਵੇ, ਉਹਨਾਂ ਦੇ ਜੀਵਨ ਬਾਰੇ ਵੀ ਲੋਕਾਂ ਨੂੰ ਦੱਸਿਆ ਜਾਵੇ ਤੇ ਉਹਨਾਂ ਨੂੰ ਪੁੱਛਿਆ ਵੀ ਜਾਵੇ ਵੀ ਤੁਹਾਡੇ ਵੇਲੇ ਦਾ ਪੰਜਾਬ ਚੰਗਾ ਸੀ ਜਾਂ ਅੱਜ ਦਾ ਪੰਜਾਬ ਚੰਗਾ। ਸੋ ਅੱਜ ਅਸੀਂ ਆਏ ਹਾਂ SS ਬੋਪਾ ਰਾਏ ਜੀ, ਸਾਰੇ ਜਾਣਦੇ ਹੋਵੋਗੇ, ਸਾਬਕਾ IAS ਅਧਿਕਾਰੀ ਨੇ। ਇਹ ਸਿਰਫ IAS ਅਧਿਕਾਰੀ ਕਰਕੇ ਹੀ ਉਹਨਾਂ ਦਾ ਪਛਾਣ ਨਹੀਂ ਗਈ, ਕਿਉਂਕਿ IAS ਅਧਿਕਾਰੀ ਤਾਂ ਕਈ ਨੇ। ਉਹਨਾਂ ਦੀ ਇੱਕ ਵੱਖਰੀ ਸ਼ਖਸੀਅਤ, ਉਹਨਾਂ ਨੂੰ ਖੁਦ ਹੀ ਉਹ ਦੱਸਣਗੇ ਉਹ ਕੀ ਹੈ। ਪਹਿਲੀ ਗੱਲ ਤਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੋਪਾ ਰਾਏ ਸਾਹਿਬ, ਅੱਜ ਤੁਹਾਡੇ ਅਸੀਂ ਘਰ ਆਏ ਹਾਂ। ਘਰ ਆ ਕੇ ਇੱਕ ਅਸੀਂ ਪੁਕਾਰ ਲੈ ਕੇ ਆਏ ਹਾਂ ਵੀ ਤੁਸੀਂ ਆਪਣੀ ਜ਼ਿੰਦਗੀ ਦਾ ਲੰਬਾ ਤਜਰਬਾ, ਪੰਜਾਬ ਦੀ ਸੇਵਾ ਕੀਤੀ, ਪੰਜਾਬ ਨੇ ਵੀ ਤੁਹਾਨੂੰ ਬਹੁਤ ਕੁਝ ਦਿੱਤਾ ਹੈ। ਅੱਜ ਇਹ ਗੱਲ ਕਰਨੀ ਹੈ ਵੀ ਤੁਹਾਡੇ ਵੇਲੇ ਦਾ ਪੰਜਾਬ ਤੇ ਅੱਜ ਦਾ ਪੰਜਾਬ ਵਿੱਚ ਕੀ ਫਰਕ ਹੈ, ਇਹਦੇ ਤੇ ਚਰਚਾ ਕਰਾਂਗੇ। ਫਿਰ ਪਹਿਲਾਂ ਮੈਂ ਪੁੱਛਣਾ ਚਾਹੁੰਦਾ ਵੀ ਆਪਾਂ ਕਿਹੜੇ ਗ੍ਰਹਿ ਤੋਂ, ਪਿੰਡ ਤੋਂ ਉੱਠੇ IAS ਅਫਸਰ ਬਣੇ, ਦੁਨੀਆ ਵਿੱਚ ਨਾਂ ਕਮਾਇਆ, ਥੋੜਾ ਇਹ ਜਾਣਕਾਰੀ ਦਿਓ। ਮੇਰੇ ਫਾਦਰ ਡਾਕਟਰ ਸੀਗੇ, ਅਸੀਂ ਲਾਇਲਪੁਰ ਵਿੱਚ ਸੀਗੇ ਪਾਰਟੀਸ਼ਨ ਤੋਂ ਪਹਿਲਾਂ। ਉਹ ਪੇਂਡੂ ਸਕੂਲ 'ਚੋਂ ਪੜ੍ਹ ਕੇ ਤੇ ਉਦੋਂ ਮੈਡੀਕਲ ਕਾਲਜ ਦੋ ਹੁੰਦੇ ਸੀ, ਇੱਕ ਦਿੱਲੀ ਹੁੰਦਾ ਸੀ, ਇੱਕ ਲਾਹੌਰ ਸੀ, ਕਿੰਗ ਐਡਵਰਡ ਮੈਡੀਕਲ ਕਾਲਜ। ਲੇਕਿਨ ਉਹ ਅੰਗਰੇਜ਼ ਦਾ ਰਾਜ ਸੀ
तो स्कूल जे 7 वजे खुलना 7 वजे खुलूगा, जो 1:30 वजे बंद होना 1:30 वजे। टीचर ने उस तो पहला आना, बाद विच जाना, और मैरिट ते ले जाते सी, काबलीयत उन्हां दी देखी जाती सी, और उन्होंने कढ़िया भी जाता सी या सज़ा भी दी जाती सी। ये सारिया चीज़ां साडे लोक राज हेठां खत्म हो गई ने। पंक्चुअलिटी खत्म हो गई है, मैरिट खत्म हो गया है, तो लगन जिहड़ी है या सूबे प्रति, धरती प्रति, या अपने लोकां प्रति, ये हुण बहुत ही जिहड़ी रूलिंग क्लास जिहड़ी इस वेले नितर के उपर आई है, रूलिंग क्लास में कहना जिहड़े MLA दे चमचे ने, जिहड़े पार्टियां दे अगे चमचे ने, ते इस लैवल दा फिर अगे जिहड़े बाकी मीडिया, अपना मीडिया होया, ब्यूरोक्रेसी हुई, कोर्टां होईयां, वो सारियां विच पा के इन्हां दे विच बहुत गिरावट आई है। ਪਹਿਲਾਂ ਮੈਂ ਇਹ ਪੁੱਛਣਾ ਚਾਹੁੰਦਾ ਵੀ ਬੋਪਾ ਰਾਏ ਸਾਹਿਬ SS ਬੋਪਾ ਰਾਏ IAS ਅਧਿਕਾਰੀ ਕਿਵੇਂ ਬਣੇ? ਇਹ ਸੁਪਨਾ ਸੀ ਜਾਂ ਅਚਾਨਕ ਹੋ ਗਿਆ? नहीं, मैं 10वीं तो बाद मेरे फादर उन्होंने बनती नहीं सी, सा प्रताप सिंह कैरों गुआढ़ी जो सी वो कैरों जी। अं पट्टी सीगे, ਉਹ ਅੱਛਾ ਅੱਛਾ ते मेरे ਮੰਨਦੇ फादर ਕਿਉਂ ਨਹੀਂ ਹੈ? मेरे फादर कुछ ख्याल अकाली ख्यालात दे सी, ਅੱਛਾ ਜੀ। उन्होंने अकाली कैंਡੀਡੇਟ ਨੂੰ वोट पाई। सा प्रताप सिंह गुस्से हो गए जबरदस्त, उन्होंने का गुस्सा बहुत माड़ा सी, ताइयों बेचारे ਕੈਰੋਂ ਸਾਹਿਬ ਦਾ। ताइयों बेचारे कतल हो गए, ਅੱਛਾ क्योंकि वो गुस्सा गुस्सा उन्हों का ना बहुत ज़्यादा सी, विष भी घोलते सी, ਉਹ ਅੱਛਾ ਤੇ ਬਦਮਾਸ਼ਾਂ ਨੂੰ ਉਹਨਾਂ ਨੇ ਅੱਗੇ ਕੀਤਾ। ਬਦਮਾਸ਼ਾਂ ਦੀ ਕੰਪਨੀ ਹਮੇਸ਼ਾ ਮਾੜੀ ਹੁੰਦੀ, ਔਰ ਉਹ ਜਿਹਨੇ ਮਾਰਿਆ ਉਹ ਉਹਨਾਂ ਦੇ ਘਰ ਵੀ ਆਉਂਦਾ ਜਾਂਦਾ ਸੀ। ਉਹ ਅੱਛਾ ਹਾਂ, ਤੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਦੇਖੋ ਮੈਨੂੰ ਤਾਂ ਇਹ ਸਾਡਾ ਜੱਟ ਭਲਵਾਨ ਨਹੀਂ ਰੁਕਣ ਦਿੰਦਾ ਕਿਤੇ, ਤੇ ਤੁਹਾਡੀ ਐਜੂਕੇਸ਼ਨ ਖਰਾਬ ਹੋਈ, ਤੁਸੀਂ ਇੱਕ ਜਗ੍ਹਾ ਬੈਠ ਕੇ ਪੜ੍ਹੋ। ਅੱਛਾ ਮਦਰ ਫਿਰ ਸਾਡੇ ਕੋਲ, ਅਸੀਂ ਚਾਰੇ ਭਰਾ ਫਿਰ DAV ਸਕੂਲ ਪੱਟੀ ਤੋਂ ਅਸੀਂ 10ਵੀਂ ਕੀਤੀ ਆ, ਅੱਛਾ ਆਰਡੀਨਰੀ ਸਕੂਲ ਤੋਂ। ਲੇਕਿਨ ਘਰ ਦੇ ਵਿੱਚੋਂ ਆਦਮੀ ਸਭ ਕੁਝ ਸਿੱਖਦਾ ਹੈ, ਘਰ ਦੇ ਵਿੱਚ ਤੁਸੀਂ ਇਕੱਲੀ ਇਕੱਲੀ ਚੀਜ਼ ਦਾ ਤੁਹਾਨੂੰ ਪਤਾ ਹੁੰਦਾ, ਜੀ ਇਸ ਕਰਕੇ ਉਹ ਤੁਸੀਂ ਦੇਖ ਹੀ ਨਹੀਂ ਰਹੇ, ਉਹਦੇ ਨਾਲ ਤੁਹਾਡਾ ਕੈਰੈਕਟਰ ਢਲਣਾ ਸ਼ੁਰੂ ਹੋ ਜਾਂਦਾ, ਉਹਦੇ ਮੁਤਾਬਕ ਢਲਣਾ ਸ਼ੁਰੂ ਹੋ ਜਾਂਦਾ। ਸੋ ਵਿਰਸਾ ਇਸ ਕਰਕੇ ਮੈਂ ਕਹੂੰਗਾ ਬਹੁਤ ਸਟਰੋਂਗ ਸੀ, ਓਕੇ ਕਿ ਕੋਈ ਮੁਸ਼ਕਲ ਵੱਡੀ ਨਹੀਂ ਹੈ। ਫਰਜ਼ ਇਹੋ ਹੀ ਹੈ ਕਿ ਰਾਈਟ ਐਂਡ ਰੋਂਗ ਦਾ ਪਤਾ ਹੋਣਾ ਚਾਹੀਦਾ, ਤੇ ਜੇ ਰੋਂਗ ਹੈ ਤੇ ਫਿਰ ਖੜੇ ਹੋਣਾ ਚਾਹੀਦਾ। ਬਤੌਰ IAS ਅਫਸਰ ਤੁਸੀਂ ਦਿੱਲੀ ਸਰਕਾਰ 'ਚ ਵੀ ਕੰਮ ਕੀਤਾ, ਪੰਜਾਬ ਸਰਕਾਰ 'ਚ ਵੀ ਕੰਮ ਕੀਤਾ, VC ਵੀ ਰਹੇ ਪੰਜਾਬੀ ਯੂਨੀਵਰਸਿਟੀ ਦੇ। ਥੋੜਾ ਉਹ ਬਰੀਫ ਕਰੋ, ਉਹ ਸਫ਼ਰ ਕਿਵੇਂ ਦਾ ਰਿਹਾ? ਉਹ ਬਸ ਸਫ਼ਰ ਅਸੀਂ, ਮੈਂ ਤਾਂ ਬਹੁਤ ਪਰਸਨਲੀ ਨੋਟਿਸ ਕਰਦਾ ਰਿਹਾ, ਇਹ ਗਿਰਾਵਟ ਸਾਡੇ ਜ਼ਮਾਨੇ 'ਚ ਸ਼ੁਰੂ ਹੋਈ ਆ। ਤੁਹਾਡੇ ਜ਼ਮਾਨੇ ਤੋਂ ਹੀ ਸ਼ੁਰੂ ਹੋ ਗਈ ਸੀ? ਓਕੇ। ਸਰਦਾਰ ਪ੍ਰਤਾਪ ਸਿੰਘ ਕਿਹੜਾ ਸਾਲ ਖਹਿਰਾ ਨੇ- ਕੀ ਹੈ ਸਰ, ਕਦੋਂ ਤੋਂ ਕਹੀਏ ਆਪਾਂ? ਇਹ ਸਰਦਾਰ ਪ੍ਰਤਾਪ ਸਿੰਘ ਖਹਿਰਾ ਨੇ ਸ਼ੁਰੂ ਕੀਤੀ। ਅਫਸਰਾਂ ਤੇ ਧੌਂਸ ਰੱਖਣੀ, ਅੱਛਾ ਚੀਫ ਸੈਕਟਰੀ ਨੂੰ ਸਾਡੇ ਨੂੰ ਬਾਬੂ ਕਹਿਣਾ, ਔਰ ਇਮਾਨਦਾਰ ਆਦਮੀ ਜੇ ਉਹਦਾ ਕੰਮ ਨਹੀਂ ਕਰਦਾ, ਉਹਦੇ ਕਹਿਣ ਤੇ ਕੰਟੈਕਟ ਨਹੀਂ ਦਿੱਤਾ, ਇੱਕ ਹੋਇਆ ਐਸੀ ਸੀਗੇ ਕਲੇਰ ਪਰ ਸਰ ਸਾਹਿਬ। ਆਮ ਕਿਹਾ ਜਾਂਦਾ, ਲੋਕ ਕਹਿੰਦੇ ਨੇ ਵੀ ਜਦੋਂ ਅਫਸਰਸ਼ਾਹੀ ਭਾਰੂ ਹੋ ਜੇ ਤੇ ਫਿਰ ਉਹ ਸੂਬੇ ਦੀ ਹਾਲਤ ਮਾੜੀ ਹੁੰਦੀ ਹੈ। ਤੁਸੀਂ ਕੈਰੋਂ ਸਾਹਿਬ ਦੀ ਗੱਲ ਕਰਦੇ, ਜੇ ਉਹ ਦਬਾ ਕੇ ਰੱਖਦੇ ਚੰਗੀ ਗੱਲ ਨਹੀਂ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੂੰ 4.5 ਸਾਲ ਬਾਅਦ ਐਦਾਂ ਕੁਰਸੀ ਤੋਂ ਸੁੱਟਿਆ ਕਾਂਗਰਸ ਨੂੰ, ਉਹਦੇ ਦੋਸ਼ ਹੀ ਇਹੀ ਸੀ ਵੀ ਉਹ ਅਫਸਰਸ਼ਾਹੀ 'ਚ ਘਿਰੇ ਸੀ, ਤੇ ਜਿਹਦੇ ਕਰਕੇ ਪੰਜਾਬ ਦਾ ਸੱਤਿਆਨਾਸ਼ ਹੋ ਗਿਆ, ਉਹਨਾਂ ਨੂੰ ਕੁਰਸੀ ਵੀ ਖਵਾਉਣੀ ਪਈ। ਇਹ ਤਾਂ ਨਾ ਅਹਿਲ ਸੀ ਕੈਪਟਨ? ਹਾਂ, ਇਹ ਤਾਂ ਹਿੱਲੇ ਹੀ ਨਹੀਂ। ਅੱਛਾ ਪਹਿਲੀ ਟਰਮ ਇਹਨਾਂ ਦੀ ਬਹੁਤ ਵਧੀਆ ਸੀ, ਹੀ ਵਾਸ ਵਨ ਆਫ ਦ ਬੈਸਟ ਚੀਫ ਮਿਨਿਸਟਰਸ। ਓਕੇ। ਹੁਣ ਤਾਂ ਬਿਲਕੁਲ ਉਹ ਹਿੱਲੇ ਹੀ ਨਹੀਂ, ਔਰ ਉਹਨਾਂ ਨੇ ਖੁੱਲੀ ਲਗਾਮ ਦੇ ਦਿੱਤੀ, ਸਮਝੌਤੇ ਕਰ ਲਏ ਬੇਈਮਾਨ ਸਾਡੇ ਆਪੋਜੀਸ਼ਨ ਪਾਰਟੀਆਂ ਦੇ ਲੀਡਰਾਂ ਨਾਲ, ਤੇ ਹਰ ਕਿਸੇ ਨੂੰ ਖੁੱਲੀ ਛੁੱਟੀ ਦੇ ਦਿੱਤੀ। ਉਹ ਬਹੁਤ ਗਿਰਾਵਟ ਦਾ ਸਮਾਂ ਸੀ, ਔਰ ਉਹਦਾ ਨਤੀਜਾ ਹੁਣ ਭਗਵੰਤ ਮਾਨ ਹੈ ਔਰ ਉਹਦੇ ਜਿਹੜੇ ਬੰਦੇ ਨੇ। ਇਮੀਡੀਏਟ ਤਾਂ ਉਹ 5 ਸਾਲ ਨੇ ਨਾ, ਜਿਹਦੇ ਨਾਲ ਨਿਰਾਸ਼ਾ ਹੋਈ ਲੋਕਾਂ ਨੂੰ। ਜੀ ਜੀ ਜੀ। ਲੋਕਾਂ ਨੇ
ਕੁਝ ਨਹੀਂ ਦੇਖਿਆ। ਉਹਨਾਂ ਨੇ ਕਿਹਾ ਬਦਲਾਅ ਚਾਹੀਦਾ, ਉਹਨਾਂ ਨੇ ਬਦਲਾਅ ਲਿਆ ਦਿੱਤਾ। ਕੋਈ ਕੈਂਡੀਡੇਟ ਨਹੀਂ ਦੇਖਿਆ, ਕੁਝ ਨਾ ਕੋਈ ਕੈਂਡੀਡੇਟ, ਗੁੱਸਾ ਕੱਢਿਆ ਕਹਿ ਲਈਏ ਰਵਾਇਤੀ ਲੀਡਰਾਂ ਤੇ। ਸਿਆਣਪ ਦਿਖਾਈ, ਇਹ ਸਿਆਣਪ ਹੈ। ਸਿਆਣਪ ਦਿਖਾਈ। ਬਿਕੋਜ਼ ਤੁਸੀਂ ਕੋਈ ਉਮੀਦ ਕਰ ਸਕਦੇ ਹੋ ਬਾਦਲ ਪਰਿਵਾਰ ਤੋਂ ਆ ਜਾਣ ਜਾਂ ਇਹ ਆ ਜਾਣ? ਸਾਰੇ ਟੱਬਰ ਲੱਗੇ ਹੋਏ ਨੇ ਪੈਸੇ ਬਣਾਉਣ, ਇੱਕ ਅੱਧਾ ਵੀ ਨਹੀਂ ਇਹਨਾਂ ਚੋਂ ਇਮਾਨਦਾਰ, ਸਾਰੇ ਟੱਬਰ ਲੱਗੇ ਹੋਏ ਨੇ। ਅੱਛਾ, ਤੁਸੀਂ ਆਪਣੇ ਦੌਰ ਤੇ, ਫਿਰ ਆਪਾਂ ਇੱਧਰ ਆ ਕੇ ਚੱਲਦੇ ਹਾਂ, ਆਪਣੇ ਦੌਰ ਦੀ ਕੁਝ ਗੱਲਾਂ ਦੱਸੋ। ਕਿਹੜੇ ਡਿਪਾਰਟਮੈਂਟ 'ਚ ਰਹੇ, ਕਿੱਥੇ, ਕੀ ਤੁਹਾਡਾ ਪੈਨ ਕਿੰਨੇ ਰੋਕਿਆ ਸੀ ਵਿਕਾਸ ਕਰਨ ਲਈ? ਮੇਰਾ ਪੈਨ ਕੋਈ ਨਹੀਂ ਰੋਕ ਸਕਿਆ। ਕਮਾਲ ਹੈ ਜੀ। ਅੱਛਾ ਜੀ, ਇਹੀ ਤੁਹਾਡੀ ਖੂਬੀ ਹੈ ਜਿਹੜੀ ਸੁਣਨ ਜੰਮਦੀ ਹੈ। ਉਹਦੀ ਸਜ਼ਾ ਭੁਗਤ ਲਈ ਦੀ ਸੀ। ਅੱਛਾ ਜੀ। ਲੇਕਿਨ ਉਹ ਸਜ਼ਾ ਹੁੰਦੀ ਹੈ ਟ੍ਰਾਂਸਫਰ ਦੀ। ਹਾਂ ਹਾਂ। ਦਿਲ ਟੁੱਟਦਾ ਹੈ ਲੇਕਿਨ ਬੇਅਰੇਬਲ ਹੈ। ਅੱਛਾ। ਇਹ ਨਹੀਂ ਬਈ ਆਦਮੀ ਹਤਾਸ਼ ਹੋ ਜਾਏ, ਆਦਮੀ ਨਿਰਾਸ਼ ਹੋ ਜਾਏ, ਫਰਸਟ੍ਰੇਸ਼ਨ ਹੋਏ। ਜੀ ਜੀ ਜੀ। ਇੱਕ ਅੱਛੇ ਪਾਲਣ ਪੋਸ਼ਣ, ਇੱਕ ਅੱਛੇ ਕਰੈਕਟਰ ਦੀ ਨਿਸ਼ਾਨੀ ਇਹ ਹੁੰਦੀ ਕਿ ਫਰਸਟ੍ਰੇਸ਼ਨ ਨਹੀਂ ਆਉਣੀ। ਓਕੇ। ਫਰਸਟ੍ਰੇਸ਼ਨ ਨਹੀਂ ਆਉਣੀ, ਜੋ ਮਰਜ਼ੀ ਹੋ ਜਾਏ ਓਕੇ, ਮੁਕਾਬਲਾ ਕਰ, ਹਾਰ ਵੀ ਜਾਵਾਂਗੇ। ਅੱਛਾ ਜੀ। ਲੇਕਿਨ ਪਰ ਅੱਜ ਕੱਲ੍ਹ ਦੇ ਅਫਸਰ frustration ਤਾਂ ਨਹੀਂ ਡਰਦੇ ਬਹੁਤ ਹੈ ਵੀ ਬਦਲੀ ਹੋ ਗਈ, ਪਤਾ ਨਹੀਂ ਮਾਰੀ ਜਾਣਾ ਇਹ। ਫਿਰ ਡਰਨਾ ਕੀ ਹੋਇਆ? ਅੱਛਾ। ਕੋਈ ਬਹੁਤ ਪ੍ਰਸ਼ੰਸਾ ਮਿਲੀ ਉਹਨਾਂ ਨੂੰ, ਕੋਈ ਸਟੇਟ ਬਹੁਤ ਅੱਗੇ ਨਿਕਲ ਗਈ। ਕੀ ਅਚੀਵਮੈਂਟ ਹੈ? ਦੇਖਣਾ ਤਾਂ ਅਚੀਵਮੈਂਟ ਹੁੰਦਾ ਜੀ। ਇਹ ਤਾਂ ਨਹੀਂ ਦੇਖਣਾ ਵੀ ਮੈਂ ਹਾਂ ਐ ਕਰਕੇ ਨਿਕਲ ਗਿਆ। ਨਹੀਂ, ਬੰਦੇ ਨੂੰ ਖੜੇ ਹੋਣਾ ਚਾਹੀਦਾ। ਓਕੇ। ਹਾਂ। ਅੱਜ ਦੀ ਅਫਸਰਸ਼ਾਹੀ ਖੜੀ ਹੁੰਦੀ ਤੁਹਾਡੇ ਵਾਂਗ? ਹਾਂਜੀ। ਅੱਜ ਦੀ ਅਫਸਰਸ਼ਾਹੀ ਖੜੀ ਹੁੰਦੀ ਤੁਹਾਡੇ ਵਾਂਗ? ਹੁਣ ਦੇਖੋ, ਇਹ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲ ਜ਼ਿਆਦਾ ਪਤਾ, ਕਿਉਂਕਿ ਮੈਂ ਤਾਂ ਘਰ ਬੈਠਾ ਰਿਟਾਇਰ ਹੋ ਕੇ। ਪਰ ਤੁਹਾਡੀ ਅੱਖ ਬੜੀ ਤਿੱਖੀ ਹੈ ਨਾ ਜੀ। ਲੇਕਿਨ ਲੋਕੀ ਜੋ ਕਹਿੰਦੇ ਆ, ਲੋਕਾਂ ਦੀ ਗੱਲ ਕਰਦਾ ਜੀ। ਲੋਕੀ ਅਨਹੈਪੀ ਨੇ। ਲੋਕੀ ਕਹਿੰਦੇ ਇਨਸਾਫ ਨਹੀਂ ਮਿਲਦਾ, ਕੋਈ ਐਡਮਿਨਿਸਟ੍ਰੇਸ਼ਨ ਤੇ ਕੰਟਰੋਲ ਨਹੀਂ ਹੈ, ਕਰਪਸ਼ਨ ਪੈਰ ਤੇ ਹੈ। ਓਕੇ। ਤੇ ਸੋ ਬਹੁਤ ਇਸ ਵੇਲੇ ਨਿਰਾਸ਼ਾਜਨਕ ਇੱਕ ਚਰਚਾ ਤੁਹਾਡੇ ਮੁਤਾਬਕ ਲੱਗਦੀ ਵੀ ਸੱਚਾਈ ਹੈ ਵੀ ਜਦੋਂ ਐਸਐਸਪੀ ਨੂੰ ਜ਼ਿਲ੍ਹਾ ਦੇਣਾ ਤੇ ਬੋਲੀ ਲੱਗਦੀ, ਜਦੋਂ ਡੀਸੀ ਨੂੰ ਜ਼ਿਲ੍ਹਾ ਦੇਣਾ ਤੇ ਬੋਲੀ ਲੱਗਦੀ, ਇੱਥੋਂ ਤੱਕ ਤਹਿਸੀਲਦਾਰ ਨੂੰ ਉਹਦੀ ਵੀ ਬੋਲੀ ਲੱਗਦੀ ਹੈ, ਐਸਐਚਓ ਡੀਐਸਪੀ ਤੱਕ ਬੋਲੀ ਲੱਗਦੀ। ਤੁਹਾਡੇ ਸਮੇਂ 'ਚ ਵੀ ਇਦਾਂ ਦੀ ਗੱਲ ਚੱਲਦੀ ਸੀ? ਨਾ, ਬਿਲਕੁਲ ਨਹੀਂ। ਇਹਦਾ ਮਤਲਬ ਉਦੋਂ ਸਿਆਸਤਦਾਨ ਭਲੇ ਸਨ? ਬਿਲਕੁਲ ਨਹੀਂ, ਬਿਲਕੁਲ ਨਹੀਂ। ਇਹ ਬਿਲਕੁਲ ਨਹੀਂ ਸੀ ਹੁੰਦਾ। ਹਾਂ ਹਾਂ। ਇਹ ਬਿਲਕੁਲ ਨਹੀਂ ਸੀ ਹੁੰਦਾ। ਉਦੋਂ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ। ਉਦੋਂ ਤਾਂ ਇਹੋ ਗਿਣਿਆ ਜਾਂਦਾ ਸੀ ਵੀ ਹਾਂ ਤੁਸੀਂ ਸਾਹਿਬ ਦਾ ਹੁਕਮ ਮੰਨਣਾ ਹੈ। ਹੁਣ ਸਾਹਿਬ ਇੱਦਾਂ ਦੇ ਸੀਗੇ, ਸਾਹਿਬ ਮੇਰਾ ਮਤਲਬ ਪੋਲੀਟੀਸ਼ੀਅਨ, ਜੀ ਜੀ, ਵੀ ਜੇ ਤੁਹਾਨੂੰ ਲੱਗਦਾ ਵੀ ਆਹ ਤਰੀਕਾ ਫੈਸਲਾ ਕਰਨ ਦਾ ਠੀਕ ਨਹੀਂ ਹੈ ਤਾਂ ਤੁਸੀਂ ਰੂਲ ਚੇਂਜ ਕਰੋ, ਤੁਹਾਡੇ ਕੋਲ ਪਾਵਰ ਹੈ। ਓਕੇ। ਇਹ ਸਰਦਾਰ ਪ੍ਰਤਾਪ ਸਿੰਘ ਕਹਿ ਸਾਰਿਆਂ ਨਾਲੋਂ ਪਹਿਲਾਂ ਆਈਏਐਸ ਅਫਸਰਾਂ ਤੋਂ ਚਾਲੂ ਹੋਏ। ਅੱਛਾ ਜੀ। ਆਈਪੀਐਸ ਅਫਸਰਾਂ ਤੋਂ ਚਾਲੂ ਹੋਏ। ਮੈਂ ਤੁਹਾਨੂੰ ਇੱਕ ਐਸੀ ਕਲੇਰ ਸਾਹਿਬ ਦੀ ਦੱਸਣ ਲੱਗਾ ਸੀ, ਉਹ ਭਾਖੜਾ ਡੈਮ ਕੰਮ ਕਰਦੇ ਸੀ। ਉਹਨਾਂ ਨੂੰ ਕੋਈ ਇਹਨਾਂ ਨੇ ਕੰਮ ਕਿਹਾ, ਕੰਮ ਕੀ ਹੁੰਦੇ ਆ ਵੀ ਹਾਂ ਇਹਨੂੰ ਕੰਟਰੈਕਟ ਦੇ ਦਿਓ, ਉਹਨਾਂ ਨੂੰ ਨਹੀਂ ਲੱਗਾ ਠੀਕ, ਨਹੀਂ ਹੋਣਾ ਕਾਬਿਲ। ਓਕੇ। ਬਿਕੋਜ਼ ਕਿਤੇ ਪਿੰਡ ਵਿੱਚੋਂ ਚੁੱਕ ਕੇ ਆ ਜਾਂਦੇ ਸੀ, ਸਾਨੂੰ ਇੱਥੇ ਠੇਕਾ ਦਵਾ ਦਿਓ, ਉਹ ਦਿੱਤੇ ਜਾਂਦੇ। ਹੁਣ ਤਾਂ ਕੋਈ ਪੁੱਛਣ ਵਾਲਾ ਹੀ ਹੈ ਨਹੀਂ। ਜੀ। ਉਹਨੇ ਉਹ ਕੰਮ ਨਾ ਕੀਤਾ। ਉਹਨਾਂ ਨੇ ਉਹਦੇ ਖਿਲਾਫ, ਉਹ ਬੜੇ ਇਮਾਨਦਾਰ ਅਫਸਰ ਸੀ, ਅਮਰੀਕਾ ਤੋਂ ਵਾਪਸ ਆਏ ਸੀ। ਓਕੇ। ਉਹਨਾਂ ਤੇ ਝੂਠਾ ਕੇਸ, ਇੱਕ ਬਹੁਤ ਹੀ ਨਿਕੰਮਾ ਜਿਹਾ ਕੇਸ, ਉਹ ਮੜਤਾ ਉਹਨਾਂ ਨੇ। ਉਹਨਾਂ ਨੇ ਬੜੀ ਹੇਠੀ ਸਮਝੀ ਕਿ ਮੈਂ ਕਲੀਨ ਆਦਮੀ, ਮੇਰੀ ਕੋਈ ਬੇਈਮਾਨੀ ਨਹੀਂ, ਮੈਂ ਅੱਛਾ ਕੰਮ ਕਰਦਾ, ਅਮਰੀਕਾ ਛੱਡ ਕੇ ਇੱਥੇ ਮੁਲਕ ਦੀ ਸੇਵਾ ਕਰ ਰਿਹਾ। ਉਹਨਾਂ ਨੇ ਆਪਣਾ ਪਿਸਤੌਲ ਚੁੱਕਿਆ, ਸੁਸਾਈਡ ਕਰ ਲਈ। ਇਸ ਦਾ ਪ੍ਰਤਾਪ ਸਿੰਘ ਕਿਆਰੋਂ ਦੇ ਵੇਲੇ ਦੀ। ਤੁਹਾਡੇ ਜਿਹੜੇ ਪੈਨ ਚੱਲਦਾ ਸੀ, ਉਹ ਪੈਨ ਰੋਕਣ ਨੂੰ ਕਿੰਨੀ ਕੁ ਵਾਰੀ ਯਤਨ ਹੋਏ, ਕਿੰਨੀ ਕੁ ਵਾਰੀ ਤੁਹਾਡੀਆਂ ਬਦਲੀਆਂ ਹੋਈਆਂ? ਯਤਨ ਇਹ ਹੁੰਦਾ ਵੀ ਚੁੱਕ ਕੇ ਉੱਥੇ ਇਮੀਡੀਏਟਲੀ ਹਫਤੇ ਦੇ ਵਿੱਚ ਇੱਥੋਂ ਚੁੱਕ ਕੇ ਉੱਥੇ ਲਾ ਦਿਓ, ਘੱਟ ਇੰਪੋਰਟੈਂਟ ਪੋਸਟ। ਇਹ ਹੁੰਦਾ ਯਤਨ, ਇਹੀ ਹੁੰਦਾ। ਉੱਦਾਂ ਤਾਂ ਕੋਈ ਕਹਿੰਦਾ ਨਹੀਂ। ਪਰ ਸਰ, ਕੁਰਸੀ ਤੇ ਮੇਜ਼ ਤੇ ਇਹ ਸੋਚ ਰੱਖਣੀ ਹੈ ਬਹੁਤ ਔਖਾ ਕੰਮ। ਅੱਜ ਕੱਲ੍ਹ ਬਹੁਤ ਘੱਟ ਅਫਸਰ ਦੇਖੀਦੇ ਨੇ ਜਿਨ੍ਹਾਂ ਦੀ ਸੋਚ, ਉਹ ਸੈਕਟਰੀ ਨੇ, ਉਹ ਚੀਫ ਸੈਕਟਰੀ ਨੇ, ਉਹ ਪ੍ਰਿੰਸੀਪਲ ਸੈਕਟਰੀ ਨੇ, ਸੋਚ ਬੜੀ ਬੋਣੀ ਹੈ, ਕੁਰਸੀ ਉੱਚੀ ਹੈ। ਬਹੁਤ ਘੱਟ ਨੇ ਜਿਨ੍ਹਾਂ ਦਾ ਹੁਣ ਜਿਹੜੇ ਤੁਹਾਡੇ ਵਾਂਗ ਇੰਨੇ ਜਿਗਰਾ ਕਰ ਸਕਦੇ ਵੀ ਆਹ ਦੇਖੋ ਇਹ ਵੀ ਚੋਰ ਜੀ, ਇਹ ਵੀ ਚੋਰ ਜੀ। ਚੋਰ ਕਹਿਣ ਦੀ ਹਿੰਮਤ ਹੀ ਨਹੀਂ। ਆਦਮੀ ਸਾਫ ਸੁਥਰਾ ਹੋਣਾ ਚਾਹੀਦਾ। ਜੇ ਤੁਸੀਂ ਪਰਸਨਲੀ ਸਾਫ ਸੁਥਰੇ ਨਾ, ਇੰਨੀ ਤਾਕਤ ਆਉਂਦੀ ਹੈ ਤਰਲੋਚਨ ਜੀ, ਕਹਿ ਰਹੇ ਤੁਸੀਂ, ਯੂ ਕੈਨ ਨਾਟ ਇਮੈਜਿਨ। ਇਹ ਵੱਡੀ ਗੱਲ ਹੈ ਜੀ, ਬਿਲਕੁਲ। ਮੇਰੇ ਇਹੋ ਜਿਹੇ ਕੰਮ ਨੇ ਜਿਹੜੇ ਪੋਲੀਟੀਕਲ ਲੈਵਲ ਤੇ ਹੋਣ ਵਾਲੇ ਸੀ, ਤਾਂ ਮੈਂ ਕਰਵਾ ਲਏ।
ਜਸਟ ਬਿਕੋਜ਼ ਆਈ ਇਮਾਨਦਾਰੀ। ਇਮਾਨਦਾਰੀ ਸੀ। ਹਾਂ। ਮੈਨੂੰ ਕੋਈ ਕੁਐਸਚਨ ਨਹੀਂ ਸੀ ਕਰ ਸਕਦਾ, ਉਹ ਆਪਾਂ ਖੜੇ ਹੋ ਜਾਂਦੇ ਸੀ ਵੀ ਇਹ ਹੋ ਬਾਕੀ ਨਹੀਂ ਸਰ ਸਕਦਾ। ਆਓ ਅੰਦਰ ਕਰਦੇ। ਬੋਪਾਰੇ ਸਾਹਿਬ, ਇੱਕ 1984 ਚ ਬਲੂ ਸਟਾਰ ਆਪਰੇਸ਼ਨ ਹੋਇਆ ਸੀ, ਉਹਦੇ ਨਾਲ ਤੁਹਾਡੀ ਗੱਲ ਬੜੀ ਜੁੜੀ ਹੈ ਵੀ ਬਤੌਰ IAS ਅਫਸਰ ਤੁਸੀਂ ਛੁੱਟੀ ਤੇ ਚਲੇ ਗਏ ਸੀ, ਉਹ ਕੀ ਕਹਾਣੀ ਸੀ? ਕਿ ਮੈਂ 1982 ਵਿੱਚ ਵਾਪਸ ਆਇਆ। ਗਵਰਨਮੈਂਟ ਇੰਡੀਆ। ਹਾਂ, ਗਵਰਨਮੈਂਟ ਆਫ ਇੰਡੀਆ ਤੋਂ। ਜੀ ਮੈਂ ਕਮਰਸ਼ੀਅਲ ਕਾਉਂਸਲਰ ਸੀ ਐਮਬੈਸੀ ਆਫ ਇੰਡੀਆ ਮਾਸਕੋ ਵਿੱਚ 5 ਸਾਲ। ਜੀ। ਤੇ ਉੱਥੋਂ ਵਾਪਸ ਮੈਂ ਸਿੱਧਾ ਇੱਥੇ ਦਿੱਲੀ ਚੰਡੀਗੜ੍ਹ ਪੰਜਾਬ ਸਰਕਾਰ 'ਚ ਆਇਆ। ਜੀ। ਤੇ ਸੈਕਟਰੀ ਅਰਬਨ ਡਿਵੈਲਪਮੈਂਟ, ਲੋਕਲ ਗਵਰਨਮੈਂਟ, ਹਾਊਸਿੰਗ, ਦੋ ਚੀਜ਼ਾਂ ਉਦੋਂ ਰੜਕੀਆਂ। ਇੱਕ ਤਾਂ ਮੈਨੂੰ ਲੱਗਾ ਕਿ ਮੈਂ 7 ਸਾਲ ਬਾਹਰ ਰਿਹਾ, ਇੰਨੇ ਵਿੱਚ ਹੀ ਕਰਪਸ਼ਨ ਬੜੀ ਵੱਧ ਗਈ ਪੰਜਾਬ 'ਚ। ਓਕੇ, ਆਉਂਦਿਆਂ ਤੁਹਾਨੂੰ ਇਹ ਫੀਲਿੰਗ ਆਈ? ਹਾਂ, ਫੀਲਿੰਗ ਹੋਈ। ਦੂਸਰੀ ਫੀਲਿੰਗ ਸੀ ਕਿ ਪੋਲੀਟਿਕਸ ਸਾਡੀ ਕਿਹੜੇ ਪਾਸੇ ਜਾ ਰਹੀ ਹੈ। ਔਰ ਉਹ ਸਮਾਂ ਸੀ ਦਰਬਾਰਾ ਸਿੰਘ ਦਾ, ਗਿਆਨੀ ਜ਼ੈਲ ਸਿੰਘ ਦਾ, ਬੂਟਾ ਸਿੰਘ ਜੀ ਦਾ, ਜੀ। ਤੇ ਇੰਦਰਾ ਗਾਂਧੀ ਜੀ ਦਾ, ਜੀ। ਤੇ ਇੱਧਰੋਂ ਬਾਦਲ ਤੇ ਬਰਨਾਲਾ ਤੇ ਹਰਚੰਦ ਸਿੰਘ ਲੌਂਗੋਵਾਲ ਤੇ ਸੰਤ ਪਿੰਡਰਾਂ ਵਾਲੇ। ਜੀ। ਉਹ ਮੌਕਾ ਸੀ, ਉਹ ਦੇਖਿਆ ਵੀ ਕਿੱਥੋਂ ਮੁੰਬਈ ਤੋਂ ਐਲਾਨ ਕਰਕੇ ਸੰਤ ਚੱਲਦੇ ਆ ਤੇ ਸਾਰੀ ਹਿੰਦੁਸਤਾਨ ਦੀ ਫੋਰਸ ਉਹਨਾਂ ਨੂੰ ਫੜ ਨਹੀਂ ਸਕੀ। ਉਹ ਇੱਥੇ ਆਰਾਮ ਨਾਲ ਆਪ ਆ ਕੇ ਚੈਲੰਜ ਕਰਕੇ ਸਰਕਾਰ ਵੱਲੋਂ ਪੋਜ ਵੀ ਫੜਨਾ ਹਦਾਇਤਾਂ ਦਿੱਤਾ। ਉਹ ਇੱਥੇ ਆ ਗਏ, ਸਗੋਂ ਸ਼ਾਇਦ ਦਿੱਲੀ ਵੀ ਕੁਛ ਨਾ ਕੁਛ ਫੰਕਸ਼ਨ ਕਰਕੇ ਆਏ। ਦੀਵੇ ਥੱਲੇ ਹਨੇਰਾ, ਮਤਲਬ ਉਹ ਉੱਥੋਂ ਚੁੱਕ ਕੇ ਇੱਥੇ ਆ ਜਾਂਦੇ ਏਡੀ ਦੂਰੋਂ। ਜੀ। ਤੋ ਕੁਛ ਮਿਸਿਸ ਇੰਦਰਾ ਗਾਂਧੀ ਦੇ ਉਹਦਾ ਮਨ ਕਿਸ ਤਰ੍ਹਾਂ ਚੱਲ ਰਿਹਾ, ਕੁਛ ਮੈਨੂੰ ਥੋੜੀ ਜਿਹੀ ਇੰਟਿਊਟਿਵ ਜਾਂ ਇੰਸਟਿੰਕਟਿਵ ਕੁਛ ਉਹਨਾਂ ਦੀ ਪਰਸਨੈਲਿਟੀ ਦਾ ਸਮਝ ਆ ਗਈ ਸੀ। ਤੋ 1 ਸਾਲ ਪਹਿਲਾਂ ਮੇਰੇ ਫਾਦਰ ਡਾਕਟਰ ਸੋਹਣ ਸਿੰਘ ਜੀ ਮੇਰੇ ਕੋਲ ਆਏ ਮਿਲਣ ਵਾਸਤੇ। ਮੈਂ ਉਦੋਂ 7 ਸੈਕਟਰ ਰਹਿੰਦਾ ਸੀ, ਜੀ। ਉਹ ਮੋਹਾਲੀ ਰਹਿੰਦੇ ਸੀ। ਮੇਰਾ ਪ੍ਰਾਈਵੇਟ ਘਰ ਸੀਗਾ, ਉਹਦੇ ਵਿੱਚ ਉਹ ਰਹਿੰਦੇ ਸੀ ਉੱਥੇ। ਤੇ ਉਹਨਾਂ ਨਾਲ ਗੱਲ ਕਰਦੇ ਕਰਦੇ ਮੈਂ ਕਿਹਾ, ਗੱਲਾਂ ਹੋਣ ਲੱਗ ਪਈਆਂ। ਮੈਂ ਕਿਹਾ ਜੀ, ਇਹਨੇ ਇੰਦਰਾ ਗਾਂਧੀ ਨੇ ਸਾਡੇ ਸਿਰ 'ਚ ਜੁੱਤੀ ਮਾਰਨਾ ਚਾਹੁੰਦੀ ਹੈ। ਇਹਨੇ ਗੋਲਡਨ ਟੈਂਪਲ ਦੇ ਵਿੱਚ ਜਾਣਾ ਹੀ ਜਾਣਾ। ਅੱਛਾ ਜੀ, ਇਹ ਕਦੋਂ ਦੀ ਗੱਲ ਸਰ? ਇਹ 1983 ਓਕੇ, ਮਈ, ਜੂਨ, ਜੁਲਾਈ, ਇਹਨਾਂ ਦਿਨਾਂ ਦੀ ਗੱਲ ਹੈ। ਠੀਕ। 1 ਸਾਲ ਪਹਿਲਾਂ 1 ਸਾਲ ਐਗਜ਼ੈਕਟਲੀ। ਮੈਂ ਕਿਹਾ ਨੇ ਜਾਣਾ ਹੀ ਹੈ। ਇਸ ਵੇਲੇ ਸਿਰਫ ਬਹਾਨੇਬਾਜ਼ੀ ਹੋ ਰਹੀ ਹੈ, ਆਲੇ ਦੁਆਲੇ ਫਿਰ ਰਹੇ। ਟਾਰਗੇਟ ਉਹ ਹੈ, ਉਹ ਮੰਨੇ ਨਹੀਂ। ਉਹ ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ ਕਰੇਗੀ। ਇਹ ਅਲਟੀਮੇਟਲੀ ਜੋ ਵੀ ਡਿਮਾਂਡਸ ਹੈਗੀਆਂ, ਜਿੰਨੀਆਂ ਐਕਸੈਪਟੇਬਲ ਹੋ ਸਕਦੀਆਂ, ਉਹ ਕਰਕੇ ਤੇ ਖ਼ਤਮ ਕਰ ਦੇਗੀ। ਮੈਂ ਕਿਹਾ, ਯੂ ਟੇਕ ਇਟ ਫਰੋਮ ਮੀ। 2 ਮਹੀਨੇ ਬਾਅਦ ਸਰਦਾਰ ਸਵਰਨ ਸਿੰਘ ਆਏ। ਉਹਨਾਂ ਨੂੰ ਵੀ ਮੈਂ ਇਹੋ ਗੱਲ ਕਹੀ, ਉਹ ਵੀ ਨਹੀਂ ਮੰਨੇ। ਅੱਛਾ। ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ ਕਰੇਗੀ। ਲੇਕਿਨ ਉਹਦਾ ਇੱਕ ਅੱਛਾ ਨਤੀਜਾ ਇਹ ਹੋਇਆ ਕਿ ਜਦੋਂ ਉਹਨਾਂ ਦੇ ਦਿਲ ਨੂੰ ਗੱਲ ਲੱਗੀ, ਉਹ ਪਹਿਲਾਂ ਵੀ ਮੇਰੇ ਦੇਖਦੇ ਰਹਿੰਦੇ ਸੀ। ਮੈਂ ਕਾਫੀ ਉਹਨਾਂ ਨਾਲ ਗੱਲਬਾਤ ਕਰਦਾ ਰਹਿੰਦਾ ਸੀ। ਉਹਨਾਂ ਨੇ ਫਿਰ 3 ਵਾਰੀ ਉਹਨਾਂ ਨੂੰ, ਤੁਹਾਨੂੰ ਪਤਾ ਉਹ ਹਟ ਗਏ ਸੀ, ਕੋਈ ਅਹੁਦਾ ਤਾਂ ਉਹਨਾਂ ਕੋਲ ਹੈ ਨਹੀਂ ਸੀਗਾ 1975 ਤੋਂ ਬਾਅਦ। ਉਹਨਾਂ ਨੇ 3 ਮੌਕੇ ਮਿਲੇ ਇੰਦਰਾ ਗਾਂਧੀ ਨੂੰ ਮਿਲਣ ਨੂੰ। 2 ਵਾਰੀ ਜਦੋਂ ਉਹਨਾਂ ਨੇ ਕਿਹਾ ਕਿ ਆਪ और जो मर्जी बात कर लो, ये मत करना। ਸਵਰਨ ਸਿੰਘ ਉਹਨਾਂ ਨਾਲ ਤੁਹਾਡਾ ਕੀ ਸੰਬੰਧ ਸੀ? मैं उन्होंने बेटी ਨੂੰ मैरिड हाँ। ਉਹ ਅੱਛਾ। हाँ जी, ਜਿਹੜੇ ਵਿਦੇਸ਼ ਮੰਤਰੀ ਰਹੇ ਨੇ। ਸੋ ਉਸ ਪਾਸਿਓਂ ਵੀ ਕੈਰੈਕਟਰ ਤੇ ਚੱਲਣ ਦੇ ਵਿੱਚ ਤਕੜਾਈ ਇੱਕ ਆਪਣੇ ਘਰੋਂ ਮਿਲੀ ਸੀ, ਦੂਜੀ ਉਧਰੋਂ ਮਿਲੀ। ਉਹ ਅੱਛਾ। ਹਾਂ, ਤੇ ਉਹਨਾਂ ਦੇ ਕੈਰੈਕਟਰ 'ਚ ਦੇਖਿਆ ਮੈਂ, ਕਿਉਂਕਿ ਇਮਾਨਦਾਰ ਸੀਗੇ। ਸਿਰਫ ਉਹ ਐਡੀ ਵੱਡੀ ਕੈਬਨਿਟ ਸੀ ਜਿਹਦੇ ਜਗਜੀਵਨ ਆਨੰਦ ਚੌਹਾਨ ਵੀ ਬੈਠਦਾ ਸੀ, ਵਾਈ ਵੀ ਚੌਹਾਨ ਵੀ ਬੈਠਦਾ ਸੀ। ਸਿਰਫ ਸਰਦਾਰ ਸਵਰਨ ਸਿੰਘ ਸੀ ਜਿਹਨੇ ਕਿਹਾ ਇੰਦਰਾ ਗਾਂਧੀ ਨੂੰ ਕਿ ਨਹੀਂ, ਇਹ ਐਮਰਜੈਂਸੀ ਲਾਉਣੀ ਠੀਕ ਨਹੀਂ ਰਹੇਗੀ। ਹਾਂ, ਦੈਟ ਵਾਜ਼ ਬਿਕੋਜ਼ ਹੀ ਵਾਜ਼ ਓਨੈਸਟ। ਬਾਕੀ ਸਾਰੇ ਓਨੈਸਟ ਨਹੀਂ ਸੀਗੇ।
ਉਹਨਾਂ ਨੂੰ ਹਮੇਸ਼ਾ ਜੋ ਹੁਣ ਆਪਣੀ ਹੁਣ ਵਾਲੇ ਮੋਦੀ ਜੀ ਜੋ ਕਰਦੇ ਜਿਹਦਾ ਚਿੱਠਾ ਖੋਲ ਲੈਂਦੇ ਕਿਉਂ ਸਾਰੇ ਕਾਣੇ ਨੇ ਹੁਣ ਕਿਵੇਂ ਮੱਖੀਆਂ ਵਾਂਗੂ ਬੀਜੇਪੀ 'ਚ ਸ਼ਾਮਿਲ ਹੋਏ ਇੱਧਰੋਂ ਛੱਡ ਕੇ ਮੰਤਰੀ MLA ਹੋਰ ਸਾਰਾ ਤੇ 2 ਵਾਰੀ ਸਰਦਾਰ ਸਾਹਿਬ ਨੇ ਕਿਹਾ ਕਿ ਗੋਲਡਨ ਟੈਂਪਲ ਦੀ ਪੋਜੀਸ਼ਨ ਇੱਕ ਸਿੱਖ ਦੇ ਮਾਈਂਡ ਵਿੱਚ ਉਹ ਹੈ ਜਿਹੜੀ ਕਿਸੇ ਹੋਰ ਧਰਮ ਦੇ ਵਿੱਚ ਉਹਦੇ ਸ਼ਰਧਾਲੂਆਂ ਦੇ ਵਿੱਚ ਹੈ ਨਹੀਂ ਉਹਨਾਂ ਦੀ ਮੋਸਟ ਪਾਇਸ ਮੋਸਟ ਰਿਲੀਜੀਅਸ ਪਲੇਸ ਵਾਸਤੇ ਕਿਸੇ ਹੋਰ ਸ਼ਰਧਾਲੂ ਦੀ ਇੰਨੀ ਲਗਨ ਨਹੀਂ ਹੈ ਇੰਨੀ ਸ਼ਰਧਾ ਨਹੀਂ ਹੈ ਜਿੰਨੀ ਕਿ ਸਿੱਖ ਦੇ ਮਨ ਵਿੱਚ ਹੈ ਤੁਸੀਂ ਹੋਰ ਜੋ ਮਰਜ਼ੀ ਕਰ ਲਿਓ ਇਹ ਨਾ ਕਰਿਓ 2 बारी उन्होंने कहा सरदार साहब आप निश्चिंत रहें हम ये नहीं करेंगे तीसरी बारी बस एवं 12 दिन या 2 हफ्ते पहला ब्लू स्टार तो जी फिर कहते जी मैं गल की सी फिर इंदिरा गांधी जी सरदार स्वतंत्र सिंह को कहते कि समझ नहीं आती अब क्या करें अच्छा थोड़ा संकेत देता हाँ मतलब मैं तो हेल्पलेस हाँ हुण मैनूं ये करना पैना समझ नहीं आती कि अब क्या करें एंड दैट इज़ वाई इट हैपेंड मैं इन स्पाइट ऑफ ऑल दैट मैं बहुत ठंडा सी मैं सारी गल समझी मैं नहीं ना बोलिया ना कुछ किया तो शाही साहब आए मेरे को कौन जी GPS शाही ओके अच्छा ये कहते स्वर्ण यार कहते हुण ये सरकार दा मन नहीं करता नौकरी करन ਤੇ ਇਹ ਸਰ ਉਹ ਤੁਸੀਂ ਸੇਮ ਬੈਚ ਹੈ ਸ਼ਾਹਿਦ ਸਾਹਿਬ ना मेरे नाल 1 साल जूनियर सीगे IAS ਵਿੱਚ ਅੱਛਾ ਕਹਿੰਦੇ ਮੈਨੂੰ ਹੁਣ ਇਸ ਸਰਕਾਰ ਦੇ ਵਿੱਚ ਨੌਕਰੀ ਕਰਨ ਨੂੰ ਦਿਲ ਨਹੀਂ ਕਰਦਾ ਇਹ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਦੀ ਗੱਲ ਹੈ ਓਕੇ ਕੁਝ ਦਿਨ ਬਾਅਦ ਕੁਝ ਕਰਫਿਊ ਲੱਗੇ ਹੋਏ ਸੀ ਠੀਕ ਹੈ। ਸਭ ਕੁਝ ਬੰਦ ਪਿਆ ਸੀ ਤੇ ਮੈਂ ਕਿਹਾ ਚਲੋ ਜਿਵੇਂ ਤੁਸੀਂ ਕਹੋਗੇ ਕਰ ਲਾਂਗੇ ਤੁਸੀਂ ਵੀ ਤਿਆਰ ਹੀ ਬੈਠੇ ਸੀ ਨਾ ਮਤਲਬ ਮੈਂ ਇਹ ਚੀਜ਼ਾਂ ਸੋਚੀਆਂ ਨਹੀਂ ਸੀ ਓਕੇ I was just quiet because discipline ਸੀਗਾ ਮਨ ਦੇ ਵਿੱਚ ਹੋਰ ਕਿਸੇ ਨੂੰ ਮੈਂ ਕੁਝ ਕਵਾਂ ਕਿਉਂ ਕਵਾਂ ਜੀ ਆਪਣੇ ਬੈਠ ਕੇ ਰੋ ਲਈਦਾ ਸੀ ਜੇ ਰੋਣਾ ਹੁੰਦਾ ਸੀ ਮਾਈ ਗॉड ਤੇ ਸਰਦਾਰ ਦਿਆਲ ਸਿੰਘ ਨੂੰ ਫੋਨ ਕੀਤਾ ਆਈਐਸ ਜਿਹੜੇ ਹਾਂ ਠੀਕ। ਮੈਂ ਕੀਤਾ ਉੱਥੇ ਬੈਠੇ ਸੀਗੇ ਵੀ ਅੱਛਾ ਜੀ ਉਹ ਕਹਿੰਦੇ ਬਿਲਕੁਲ ਠੀਕ ਹੈ ਖੈਰ ਹੌਲੀ ਹੌਲੀ ਹੋਇਆ ਵੀ ਨਹੀਂ ਇਸ ਤਰ੍ਹਾਂ ਤਾਂ 3 ਬੰਦੇ ਆਪਾਂ ਸਰਵਿਸ ਤੋਂ ਬਾਹਰ ਚਲ ਜਾਵਾਂਗੇ ਕੁਝ ਹੋਰ ਸੋਚੋ ਉਹ 2 ਦਿਨ ਬਾਅਦ ਦੀ ਗੱਲ ਹੈ ਉਦੋਂ ਵੀ ਸਾਈ ਸਾਹਿਬ ਆਏ ਮੈਂ ਕਿਹਾ ਮੈਂ 2 ਮਿੰਟ ਦਿਓ ਮੈਂ ਬਾਹਰ ਬੈਡਮਿੰਟਨ ਖੇਡ ਰਿਹਾ ਸੀ ਬੱਚਿਆਂ ਨਾਲ ਗਰਮੀ ਦੇ ਦਿਨ ਸੀਗੇ ਜੂਨ ਦਾ ਮਹੀਨਾ ਜੀ ਤੇ ਮੈਂ ਨਹਾ ਨੂੰ ਕੇ ਤੇ ਬ੍ਰਸ਼ ਕਰ ਰਿਹਾ ਸੀਗਾ ਸਡਨਲੀ ਖਿਆਲ ਆਇਆ ਸਾਹਮਣੇ ਸ਼ੀਸ਼ੇ ਦੇ ਖੜੇ ਕਿ ਇਹ ਮੇਰੀ ਲਾਈਫ 'ਚ ਬਹੁਤ ਵਾਰੀ ਹੋਇਆ ਹਾਂ ਪਰਮਾਤਮਾ ਜਾਂ ਕੌਣ ਹੈ ਜਾਂ ਕੀ ਕੌਨਸ਼ੀਅਸਨੈਸ ਹੈ ਜਿਹੜੀ ਜਾਂ ਸਬ ਕੌਨਸ਼ੀਅਸਨੈਸ ਹੈ ਜਿਹੜਾ ਮੈਸੇਜ ਭੇਜਦੀ ਹੈ ਇੱਕ ਲਾਈਨ ਸੁੱਟ ਦਿੰਦੀ ਹੈ ਤੇ ਵੀ ਤੈਨੂੰ ਅਫਸੋਸ ਕਰਦਾ ਵੀ ਗੋਲਡਨ ਟੈਂਪਲ ਦਾ ਨੁਕਸਾਨ ਹੋਇਆ ਤੇ ਕਾਰ ਸੇਵਾ ਦੀ ਛੁੱਟੀ ਦੇ ਦਿਓ ਨਾਲੇ ਤਾਂ ਡਿਸਪਲਿਨ ਦੇ ਵਿੱਚ ਵੀ ਛੁੱਟੀ ਅਪਲਾਈ ਕੀਤੀ ਹੈ ਨਾਲੇ ਜਦੋਂ ਰੀਜ਼ਨ ਹੋਏਗਾ ਅਗਲੇ ਨੂੰ ਸਾਫ਼ ਜ਼ਾਹਰ ਹੋਏਗਾ ਇੱਕਦਮ ਦਿਮਾਗ 'ਚ ਗੱਲ ਆਈ ਕਿ ਆਵਾਜ਼ ਆਈ ਇਸ ਤਰ੍ਹਾਂ ਐ ਮੈਂ ਨਹਾਉਣ ਤੋਂ ਬਾਅਦ ਦਾੜੀ ਨੂੰ ਬੁਰਸ਼ ਮਾਰ ਰਿਹਾ ਅੱਛਾ ਜੀ ਸ਼ੀਸ਼ੇ ਦੇ ਅੱਗੇ ਖੜਾ ਐਂਡੇ ਆਉਂਦਿਆਂ ਮੈਂ ਡਰਾਇੰਗ ਰੂਮ 'ਚ ਬੈਠੇ ਸੀ ਸਾਈ ਸਾਹਿਬ ਉਹਨਾਂ ਨੂੰ ਦੱਸਿਆ ਉਹ ਕਹਿੰਦੇ ਬਿਲਕੁਲ ਠੀਕ ਹੈ ਸਰਦਾਰ ਦਿਆਲ ਸਿੰਘ ਵੀ ਕਹਿੰਦੇ ਬਿਲਕੁਲ ਠੀਕ ਹੈ ਮਤਲਬ ਪ੍ਰੋਟੈਸਟ ਕਰਨ ਦਾ ਬੜਾ ਵਧੀਆ ਸੀ ਹਾਂ ਤੇ ਫਿਰ ਮੇਰੀ ਡਿਊਟੀ ਲੱਗੀ ਸਰਦਾਰ ਰਜਿੰਦਰ ਸਿੰਘ ਨੂੰ ਮਿਲੂ ਅੱਛਾ ਉਹ ਵੀ ਕੌਣ ਸੈਕਟਰੀ ਸਨ ਉਹ 1 ਸਾਲ ਜੂਨੀਅਰ ਸੀਗੇ ਸਾਈ ਸਾਹਿਬ ਦੇ ਬੈਚਮੇਟ ਸੀਗੇ ਜੀ ਉਹ ਵੀ ਉਦੋਂ ਕਮਿਸ਼ਨਰ ਸੈਕਟਰੀ ਸੀਗੇ ਉਹਨਾਂ ਕੋਲ ਮੈਂ ਗਿਆ ਉਹ ਤਾਂ ਰੋਣ ਹੀ ਲੱਗ ਪਏ ਇੰਨਾ ਸਰ ਨਾ ਬਹੁਤ Face ਬਹੁਤ ਜਜ਼ਬਾ ਉਦੋਂ ਹਾਲਾਤ ਆ ਸਿੱਖਾਂ ਨੂੰ ਉਸ ਚੀਜ਼ ਨੇ ਉਹਦਾ ਮੁਲਕ ਦੀ ਫਾਊਂਡੇਸ਼ਨ ਹਿੱਲੀ ਉਦੋਂ ਸੱਚੀ ਗੱਲ ਇਹ ਹੈ ਹਾਂ ਤੇ ਔਰ ਉਹਨੂੰ ਕੰਟਰੋਲ ਕਰਨ ਵਾਸਤੇ ਵਹਿਸ਼ੀਆਨਾ ਤਰੀਕੇ ਨਾਲ ਬਾਅਦ ਦੇ ਵਿੱਚ ਕੰਟਰੋਲ ਕੀਤੇ ਗਏ ਕਿ ਸੱਜੇ ਨਾਲ ਖੱਬੇ ਨਾਲ ਸੁੱਟੀ ਜਾਓ ਜਿੱਥੇ ਮਰਜ਼ੀ ਮਾਰ ਕੇ ਜਿਹਦੀ ਮਰਜ਼ੀ ਕੁੜੀ ਭੈਣ ਨੂੰ ਹੋਰ ਤੁਹਾਡੇ ਆਪਣੇ ਬੰਦੇ ਇਹਨਾਂ ਦੇ ਹੁੰਦੇ ਸੀ ਵਿੱਚ ਪਾਏ ਹੋਏ ਮੋਸਟ ਵਹਿਸ਼ੀਆਨਾ ਤਰੀਕੇ ਨਾਲ ਉਹ ਅਲਟੀਮੇਟਲੀ ਹੈਂਡਲ ਕਰਨੀ ਪਈ ਤੇ ਉਹ ਤਾਂ ਵਿਚਾਰੇ ਰੋਣ ਲੱਗ ਪਏ ਕਹਿੰਦੇ ਇਹ ਕੀ ਹੋਇਆ ਕਾਰ ਸੇਵਾ
ਤੁਸੀਂ ਸਰਵਿਸ ਛੱਡੋ ਜਾਂ ਤਾਂ ਮੈਂ ਵੀ ਛੱਡਦਾ। ਅੱਛਾ ਜੀ। ਮੈਂ ਕਿਹਾ ਦੇਖੋ ਅਸੀਂ ਵਿਚਾਰੀ ਆ, ਪਰ ਇਹੋ ਸੋਚਿਆ ਕਿ ਇਨ ਦਾ ਲੌਂਗ ਟਰਮ ਇੰਟਰਸਟ ਆਪਾਂ ਰਿਜ਼ਾਈਨ ਨਾ ਕਰੀਏ, ਇਸ ਕਰਕੇ ਇਹ ਸੋਚਿਆ। ਉਹ ਕਹਿੰਦੇ ਹਾਂ ਠੀਕ ਹੈ, ਮੈਂ ਵੀ, ਉਹਨਾਂ ਨੇ ਵੀ ਅਪਲਾਈ ਕਰਤਾ। ਅੱਛਾ। ਸੋ ਇਹ 4 ਜਣਿਆਂ ਨੇ ਕਾਰ ਸੇਵਾ ਦੀ ਛੁੱਟੀ ਲਿਖ ਕੇ ਦੇ ਦਿੱਤੀ। ਤੇ ਕੋਈ ਟਾਈਮ ਲਿਖਿਆ ਕਿੰਨੇ ਦਿਨਾਂ ਲਈ ਜਾਂ ਕਰਨਾ? ਨਹੀਂ, ਅਸੀਂ ਕਿਹਾ ਜੀ ਡੈਮੇਜ ਹੋ ਗਿਆ, ਉਹਨਾਂ ਦੀ ਕਾਰ ਸੇਵਾ ਕਰਨ ਵਾਸਤੇ ਸਾਨੂੰ ਛੁੱਟੀ ਦਿੱਤੀ ਜਾਵੇ। 4 ਆਈ ਹੈ। ਮੈਨੂੰ ਹੁਣ ਇਹ ਨਹੀਂ ਯਾਦ ਕਿੰਨੀ ਛੁੱਟੀ ਮੰਗੀ। ਜੀ। ਤੇ ਉਹ ਤਾਂ ਅੱਗ ਵਾਂਗੂ ਗੱਲ ਫੈਲ ਗਈ ਅੱਛਾ ਜੀ। ਇੱਕਦਮ। ਹਾਲੇ ਉਦੋਂ ਤੇ ਸਾਰਾ ਕੁਝ ਬੈਨ ਸੀ ਜੀ, ਸਭ ਕਰਫਿਊ ਕੁਝ ਲੱਗੇ ਕਰਫਿਊ ਲੱਗੇ ਸੀ, ਕੋਈ ਪ੍ਰੈਸ ਨਹੀਂ, ਕੋਈ ਮੀਡੀਆ ਨਹੀਂ, ਕੋਈ ਕੁਝ ਨਹੀਂ ਜੀ। ਹਾਂ, ਅੱਗ ਵਾਂਗੂ ਫੈਲ ਗਈ। ਸ਼ਾਮ ਤਾਈਂ 329 ਅਰਜ਼ੀਆਂ ਆ ਗਈਆਂ। ਅੱਛਾ ਜੀ। ਹਾਂ, ਸੈਕਟਰੀਏਟ 'ਚ। ਸੈਕਟਰੀਏਟ 'ਚ ਓਕੇ। ਕਾਰ ਸੇਵਾ ਵਾਸਤੇ। ਅੱਛਾ ਜੀ। ਉਦੋਂ ਸਿਰਫ ਇੱਕ ਜਿਹਦਾ ਅਜੇ ਬਾਹਰ ਮੁਲਕ 'ਚ ਨਹੀਂ ਸੀ ਪਤਾ, ਉਹ ਆਪਣੇ ਸਿੱਖ ਰੈਜੀਮੈਂਟ ਦੇ ਸਿਪਾਹੀਆਂ ਨੇ ਬਗਾਵਤ ਕੀਤੀ ਸੀ ਕੁਝ ਜਗ੍ਹਾ। ਤੇ ਦੂਜਾ, ਸਰਕਾਰ ਸੋਚ ਨਹੀਂ ਸਕਦੀ ਕਿ ਥੋੜੀ ਜਿਹੀ ਜਿਹੜੀ ਹੈ ਸਰ ਜਿਵੇਂ ਤੁਸੀਂ ਇੰਡੀਕੇਸ਼ਨ ਜਾਂ ਰਿਜ਼ੈਂਟਮੈਂਟ ਛੁੱਟੀ ਦਿੱਤੀ 329, ਉਸ ਟਾਈਮ ਤੇ ਲੱਗਦਾ ਉਹ ਵੀ ਬਗਾਵਤ ਹੋ ਗਈ, ਬਗਾਵਤ ਹੀ ਲੱਗਦੀ ਸੀ। ਉਹ ਤਾਂ ਹੁਣ ਸਰਕਾਰ ਜਾਣਦੀ ਉਹ ਕੀ ਉਹਨਾਂ ਨੇ ਸੋਚਿਆ, ਉਹਦਾ ਤਾਂ ਮੈਨੂੰ ਕਿਸੇ ਨੇ ਦੱਸਿਆ। ਫਿਰ ਤੁਹਾਨੂੰ ਅਪਰੋਚ ਨਹੀਂ ਕੀਤੀ ਜੀ ਹਾਇਰ ਅਥਾਰਟੀ ਨੂੰ? ਉਹਦੇ ਇੱਕ ਬਹੁਤ ਸਿਆਣੇ ਸਾਡੇ ਅਫਸਰ, ਵਨ ਆਫ ਦਾ ਬੈਸਟ ਆਫਿਸਰਸ ਇਨ ਪੰਜਾਬ, ਉਹ ਸੀਗੇ ਮਿਸਟਰ ਕੇ.ਡੀ. ਵਾਸੂਦੇਵਾ, ਚੀਫ ਸੈਕਟਰੀ। ਅੱਛਾ ਜੀ। ਜਿਨ੍ਹਾਂ ਨੂੰ ਇਹਨਾਂ ਨੇ ਮੁੜ ਕੇ ਉਹਦੀ ਸਜ਼ਾ ਦਿੱਤੀ, ਉਹਨਾਂ ਨੂੰ ਹਟਾਇਆ। ਓਕੇ। ਗਵਰਨਰ ਬੀ.ਡੀ. ਪਾਂਡੇ ਵਾਜ਼ ਅ ਵੈਰੀ ਫਾਈਨ ਮੈਨ। ਇਹਨਾਂ ਦੋਨਾਂ ਨੇ ਹਮੇਸ਼ਾ ਭਾਰਤ ਸਰਕਾਰ ਨੂੰ ਠੀਕ ਰਾਏ ਦੱਸੀ, ਇਹਨਾਂ ਨੇ ਵਰਜਿਆ ਜਾਂ ਨਹੀਂ ਕਰਨਾ। ਲੇਕਿਨ ਜਦੋਂ ਉਹ ਸਾਰੀ ਗੱਲ ਉਲਟੀ ਪੈ ਗਈ, ਫਿਰ ਤੁਹਾਨੂੰ ਪਤਾ ਕਿ ਵਾਈਟ ਪੇਪਰ ਕੱਢਿਆ ਜਿਹਦੇ 'ਚ ਥੋੜ੍ਹਾ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਨੂੰ, ਤੇ ਬੀ.ਡੀ. ਪਾਂਡੇ ਤਾਂ ਇੱਥੋਂ ਛੱਡ ਕੇ ਚਾਰਜ ਸਿੱਧੇ ਕੀ ਨਾ ਜਗ੍ਹਾ ਉਹਨਾਂ ਦਾ, ਮੈਨੂੰ ਹੁਣ ਅੱਜ ਨਾਮ ਭੁੱਲ ਗਿਆ, ਉੱਥੇ ਚਲੇ ਗਏ ਪਹਾੜ ਦੇ ਵਿੱਚ, ਯੂਪੀ ਦੇ ਵਿੱਚ। ਅੱਛਾ। ਤੇ ਉਹ ਨਹੀਂ, ਦਿੱਲੀ ਨਹੀਂ ਗਏ ਉਸ ਤੋਂ ਬਾਅਦ। ਹੁਣ ਉਹਨਾਂ ਦੀ ਕਿਤਾਬ ਆਈ ਉਹਨਾਂ ਦੇ ਮਰਨ ਤੋਂ ਬਾਅਦ। ਅੱਛਾ। ਉਹਨਾਂ ਦੀ ਬੇਟੀ ਨੇ ਛਾਪੀ ਹੈ। ਉਹਨਾਂ ਨੇ ਇਹ ਸਾਰੀਆਂ ਗੱਲਾਂ ਕਹੀਆਂ। ਉਹਨਾਂ ਨੇ ਇਹ ਵੀ ਕਿਹਾ ਸਰਦਾਰ ਸਵਰਨ ਸਿੰਘ ਨੇ ਇਹਨਾਂ ਨੂੰ ਸਾਰਾ ਮਾਮਲਾ ਹੱਲ ਕਰ ਦਿੱਤਾ ਸੀ। ਓਕੇ। ਲੇਕਿਨ ਉਦੋਂ ਇੰਦਰਾ ਗਾਂਧੀ ਨੇ ਚੇਂਜ ਕੀਤਾ, ਇਹਨਾਂ ਗਵਰਨਮੈਂਟ ਆਫ ਇੰਡੀਆ ਨੇ ਚੇਂਜ ਕੀਤਾ। ਫਿਰ ਉਹਨਾਂ ਨੇ, ਇੰਦਰਾ ਗਾਂਧੀ ਨੇ ਸੈਕੰਡ ਟਾਈਮ ਫਿਰ ਇਹਨਾਂ ਨੂੰ ਹੈਲਪ ਵਾਸਤੇ ਕਿਹਾ ਸੀ, ਪਰ ਕਹਿੰਦੇ ਉਹਨਾਂ ਨੇ ਨਾ ਕਰਤੀ, ਮੈਂ ਨਹੀਂ, ਤੁਸੀਂ ਪਹਿਲਾਂ ਹੀ ਨਹੀਂ ਮੇਰੀ ਗੱਲ ਮੰਨੀ। ਫਿਰ ਉਹ ਤੇ ਫਿਰ ਸਰ ਤੁਸੀਂ ਛੁੱਟੀ ਤੇ ਚਲੇ ਗਏ? ਛੁੱਟੀ ਤੇ ਚਲੇ ਗਏ। ਫਿਰ ਹੋ ਗਿਆ ਵੀ ਇਹਨਾਂ ਨੂੰ ਕੀ ਕਰਨਾ ਹੁਣ। ਤੇ ਉਦੋਂ ਮੇਰਾ ਖਿਆਲ ਸਾਡੇ ਸਾਰਿਆਂ ਤੇ, ਜੇ ਉਦੋਂ ਕੋਈ ਅੱਛਾ ਸਤਾਰਾ ਸੀ ਤਾਂ ਉਹ ਕੇ.ਡੀ. ਵਾਸੂਦੇਵਾ ਸੀਗੇ, ਚੀਫ ਸੈਕਟਰੀ। ਓਕੇ। ਉਹਨਾਂ ਨੇ ਦੱਸਿਆ ਵੀ ਹਾਂ ਇਮੋਸ਼ਨਲ ਹੋ ਗਏ ਹੋਣਗੇ, ਮੈਨੂੰ ਨਹੀਂ ਪਤਾ ਕੀ ਗੱਲਾਂ ਹੋਈਆਂ। ਸੋ ਆਈ ਡੋਂਟ ਵਾਂਟ ਟੂ ਸੇ ਮਚ ਅਬਾਊਟ ਦੈਟ। ਲੇਕਿਨ ਇੱਕ ਗੱਲ ਤੋਂ ਮੈਂ ਲੱਗਦਾ ਮੈਨੂੰ ਵੀ ਉਹਨਾਂ ਨੇ ਬੜਾ ਪੋਜ਼ਿਟਿਵ ਰੋਲ ਅਦਾ ਕੀਤਾ। ਤਿੰਨਾਂ ਨੇ ਮੰਨ ਗਏ, ਮੈਂ ਫਿਰ ਨਾ ਮੰਨਣਾ। ਮੈਂ ਕਹਿੰਦਾ ਕਹਿੰਦੇ ਵਾਸੂਦੇਵਾ ਸਾਹਿਬ ਕਹਿੰਦੇ ਸਭ ਕੁਝ ਬੰਦ ਪਿਆ, ਕਾਰ ਸੇਵਾ ਜੇ ਸ਼ੁਰੂ ਨਹੀਂ ਹੋਈ ਤਾਂ ਅਜੇ ਜਾਣ ਦਾ ਕੀ ਮਤਲਬ? ਸਮਝਾਉਣ ਵਾਲੀ ਗੱਲ ਸੀ। ਹਾਂ। ਮੈਂ ਕਿਹਾ ਜੀ ਕੋਈ ਨਹੀਂ, ਘਰ ਬੈਠ ਕੇ ਰੋ ਲਵਾਂਗੇ। ਅੱਛਾ। ਹਾਂ, ਬੜੀ ਵੱਡਾ ਇਹ ਵੀ ਡਾਇਲੌਗ ਹੈ ਜੀ, ਵਰਡ ਹੈ ਪ੍ਰੋਟੈਸਟ ਦਾ। ਠੀਕ ਹੈ ਜੀ, ਠੀਕ ਹੈ। ਤੇ ਉਹਨਾਂ ਨੇ ਫਿਰ ਉਦੋਂ ਕਿਹਾ ਨਹੀਂ ਤੂੰ ਮੁੜ ਸੋਚ। ਫਿਰ ਮੇਰੇ ਕੁਲੀਗਸ ਨੇ ਵੀ ਕਿਹਾ ਵੀ ਨਾ, ਇਨਸਿਸਟ ਨਾ ਕਰ। ਫਿਰ ਮੈਂ ਜਦੋਂ ਜਾ ਕੇ ਉਹਨਾਂ ਕੋਲ ਬੈਠਾ ਮੁੜ ਕੇ, ਤੇ ਉਹਨਾਂ ਨੇ ਚਾਹ ਮੰਗਵਾਈ, ਚਾਹ ਦਿੱਤੀ। ਤੇ ਮੈਂ ਜਦੋਂ ਉਹਨਾਂ ਦੱਸਿਆ ਕਿ ਠੀਕ ਹੈ ਮੈਂ ਆਪਣੀ ਐਪਲੀਕੇਸ਼ਨ ਵਿਡਰਾਅ ਕਰ ਲਵਾਂ, ਇੱਕਦਮ ਉੱਠੇ ਆਪਣੀ ਕੁਰਸੀ ਤੋਂ। ਅੱਛਾ। ਚੀਫ ਸੈਕਟਰੀ ਸਾਹਿਬ ਓਕੇ। ਇੱਕਦਮ ਉੱਠੇ ਔਰ ਉਹਨਾਂ ਨੇ ਇਸ ਤਰ੍ਹਾਂ ਹੱਥ ਕੀਤਾ, ਮੇਰੇ ਵੱਲ ਹੱਥ ਮਿਲਾਇਆ। ਹਾਂ, ਉਹਨਾਂ ਨੇ ਉਹਦੇ ਤੋਂ ਮੈਨੂੰ ਸਾਬਤ ਹੁੰਦਾ ਹੈ ਕਿ ਉਹ ਬੰਦੇ ਨੇ ਸਾਨੂੰ ਤਿੰਨਾਂ ਚਾਰਾਂ ਨੂੰ ਬਚਾਉਣ ਦੇ ਵਿੱਚ ਬਹੁਤ ਵੱਡਾ ਰੋਲ। ਸਰ ਉਹਨਾਂ ਨੇ ਤੁਹਾਨੂੰ ਬਚਾਉਣ ਲਈ ਵੀ, ਪੰਜਾਬ ਨੂੰ ਬਚਾਉਣ ਲਈ, ਜਦੋਂ ਇਹ ਗੱਲ ਜਾਣੀ ਸੀ ਬਾਹਰ, ਰੀਪਰਕੇਸ਼ਨ ਬਹੁਤ ਪੈਣੀ ਸੀ ਵੀ ਪੋਪਰ ਰਾਏ ਸਾਹਿਬ, ਫਲਾਣਾ ਸ਼ਾਹੀ ਸਾਹਿਬ ਛੁੱਟੀ ਲੈ ਕੇ, ਬੜੀ ਵੱਡੀ ਗੱਲ, ਬਹੁਤ ਵੱਡੀ ਗੱਲ ਸੀ, ਵੱਡੀ ਗੱਲ ਸੀ, ਬਹੁਤ ਵੱਡੀ ਗੱਲ ਸੀ। ਬਹੁਤ ਉਦੋਂ ਤਾਂ ਜੇ ਸਿਮਰਜੀਤ ਮਾਨ ਨੇ ਅਸਤੀਫਾ ਨਹੀਂ ਸੀ ਦਿੱਤਾ। ਅੱਛਾ ਜੀ।
ਇਹ ਤਾਂ ਵਿਦਿਨ ਦ ਫਿਊ ਡੇਜ਼ ਆਫ ਦ ਤੇ ਬਲੂ ਸਰ, ਸਟਾਰ ਹੋਈ ਗੱਲ। ਤੁਹਾਡੇ ਪਿਤਾ ਜੀ ਡਾਕਟਰ ਸੋਹਣ ਸਿੰਘ ਜੀ, ਉਹ ਇਸ ਲਹਿਰ 'ਚ ਬਹੁਤ ਸਰਗਰਮ ਰਹੇ ਆ, ਉਹਦਾ ਵੀ ਤੁਹਾਡੇ ਤੇ ਕਿਤੇ ਨਾ ਕਿਤੇ ਪ੍ਰਭਾਵ ਤੇ ਹੋਊਗਾ ਹੀ। ਉਹਨਾਂ ਨੇ, ਤੁਹਾਨੂੰ ਮੈਂ ਦੱਸਿਆ ਨਾ ਵੀ ਉਹ ਕਹਿੰਦੇ ਸੀ ਕਿ ਇੰਦਰਾ ਗਾਂਧੀ ਇਸ ਤਰ੍ਹਾਂ ਨਹੀਂ ਕਰੇਗੀ, ਇਹਨੇ ਹੱਲ ਕਰ ਦੇਣਾ। ਮੈਂ ਤੁਹਾਨੂੰ ਦੱਸਿਆ ਨਾ ਹੁਣੇ ਆਪਣੀ ਟਾਕ ਦੇ ਵਿੱਚ। ਹਾਂਜੀ। ਉਹ ਵੀ ਡਿਸਅਪੁਆਇੰਟ ਹੋਏ ਉਸ ਗੱਲ ਤੋਂ। ਅੱਛਾ। ਹਾਂ, ਨਿਰਾਸ਼। ਉਹਦੇ ਕਰਕੇ ਮੈਨੂੰ ਨਹੀਂ ਐਗਜ਼ੈਕਟਲੀ ਪਤਾ। ਮੈਨੂੰ ਤਾਂ ਇਹ ਪਤਾ ਹੈ ਕਿ ਮੇਰੇ ਮਦਰ ਨੇ ਫੋਨ ਕੀਤਾ ਅੱਛਾ ਜੀ। ਕਿ ਨਹੀਂ ਇਮੀਡੀਏਟਲੀ ਆਓ। ਇਹ ਤਾਂ ਕਹਿੰਦੇ ਮੈਂ ਜਾ ਰਿਹਾ। ਮੈਂ ਦੌੜਿਆ, ਘਰ ਗਿਆ। ਮੈਂ ਕਿਹਾ ਡੈਡੀ ਕਿੱਥੇ ਜਾ ਰਹੇ? ਅੰਡਰਗਰਾਊਂਡ। ਹਾਂਜੀ। ਅੰਡਰਗਰਾਊਂਡ ਹੋ ਰਿਹਾ। ਅੱਛਾ। ਹਾਂ। ਅੱਛਾ, ਓਕੇ। ਤੇ ਸੋ ਉਹਨਾਂ ਨੇ ਮੈਨੂੰ ਬੁਲਾਇਆ, ਮੈਂ ਗਿਆ। ਮੈਂ ਉਹਨਾਂ ਨੂੰ ਕਿਹਾ, ਮੈਂ ਕਿ ਸਾਡੀ ਸਰਵਿਸ ਮੈਂ ਇੱਥੇ ਸੀਗਾ ਕਮਿਸ਼ਨਰ ਰੈਂਕ ਦੇ ਵਿੱਚ। ਮੇਰੇ ਛੋਟੇ ਬ੍ਰਦਰ ਉਦੋਂ ਮੇਰੇ ਗਰੁੱਪ ਕੈਪਟਨ ਸੀਗੇ, ਫਾਈਟਰ ਪਾਇਲਟ, ਕਰੈਕ ਪਾਇਲਟ। ਆਦਮਪੁਰ ਸਾਡਾ ਬਿਗੇਸਟ ਫਾਈਟਰ ਜੈਟ ਜਿਹੜਾ ਹੈ ਨਾ ਸਟੇਸ਼ਨ ਹੈ ਸਾਰੇ ਵੈਸਟਰਨ ਬਾਰਡਰ, ਉਹਨੂੰ ਕਮਾਂਡ ਕਰ ਰਹੇ ਸੀ। ਓਕੇ। ਹਾਂ। ਮੈਂ ਕਿਹਾ ਸਾਡੇ ਕੈਰੀਅਰ 'ਤੇ ਬੜਾ ਫਰਕ ਪੈਣਾ। ਕਹਿੰਦੇ ਨਹੀਂ, ਮੈਂ ਇੰਡੀਵਿਜੂਅਲ ਆਪਣਾ ਹੈ, ਮੇਰੀ ਆਪਣੀ ਹੈ, ਤੁਹਾਡੀ ਆਪਣੀ ਲਾਈਫ ਹੈ, ਤੁਹਾਡਾ ਆਪਣਾ ਰੂਲਸ ਨੇ, ਤੁਸੀਂ ਆਪਣਾ ਕਰੋ, ਮੈਂ ਆਪਣਾ ਕਰਨਾ। ਅੱਛਾ। ਉਹ ਇਰਾਦੇ ਦੇ ਬਹੁਤ ਪੱਕੇ ਸੀ, ਬਦਲ ਨਹੀਂ ਸਕਦੇ। ਫਿਰ ਉਹ ਚਲੇ ਗਏ। और मेरे ख्याल काफ़ी साल हो 6 साल अंडरग्राउंड रहे। ये फड़े गए सी 2.5-3 साल जेल ਵਿੱਚ ਵੀ ਰਹੇ। ਓਕੇ। ਥੋੜਾ ਜਿਹਾ ਅੱਗੇ ਵਧੀਏ। ਇਹ ਤੱਥ ਬਹੁਤ ਜ਼ਰੂਰੀ ਸੀ, ਗੱਲ ਜਾਣੀ ਚਾਹੀਦੀ ਸੀ 84 ਵਾਲਾ। ਹੁਣ ਤੁਸੀਂ ਇਹ ਦੱਸੋ ਵੀ ਜਿਹੜਾ ਅੱਜ ਦਾ ਪੰਜਾਬ ਹੈ ਕਿਵੇਂ ਬਚ ਸਕਦਾ ਹੈ? ਜਿਹੜਾ ਲਾਈਫ ਦੇ ਵਿੱਚੋਂ ਸਬਕ ਸਿੱਖਦਾ ਨਾ ਆਦਮੀ, ਉਹਦੇ ਨਾਲ ਸਾਰਿਆਂ ਨਾਲੋਂ ਸੰਗੀਨ ਸਬਕ ਮੇਰੇ ਮਨ 'ਚ ਇਹ ਹੈ ਜੀ ਕਿ ਜਿਹੜੀ ਸਿੱਖ ਟੀਚਿੰਗ ਹੈ, ਜਿਹੜੀ ਗੁਰੂਆਂ ਦੀ ਟੀਚਿੰਗ ਹੈ, ਜਿਨ੍ਹਾਂ ਨੇ ਆਪਣੀ ਲਾਈਫ ਆਪਣੀ ਟੀਚਿੰਗ ਦੇ ਮੁਤਾਬਕ ਲਿਵ ਕੀਤੀ ਔਰ ਸਾਰਾ ਕੁਝ ਵਾਰ ਦਿੱਤਾ ਉਹਨਾਂ ਨੇ, ਕਦੇ ਅਸੂਲ ਨਹੀਂ ਛੱਡਿਆ ਉਹਨਾਂ ਨੇ। ਤੇ ਇਹ ਜਿਹੜੇ ਅੱਜ ਕੱਲ੍ਹ ਦੇ ਸਿੱਖ ਨੇ ਉਸ ਟੀਚਿੰਗ ਨੂੰ ਰਿਪਰੈਜ਼ੈਂਟ ਕਰਦੇ ਆ, ਇਹ ਏਡੀ ਜਲਦੀ ਕਿਵੇਂ ਗਿਰ ਗਏ? ਅਜੇ ਤਾਂ ਕਿੰਨੇ ਸਾਲ ਹੋਏ ਉਦੋਂ ਤਾਂ 40 ਸਾਲ ਨਹੀਂ ਸੀ ਹੋਏ ਆਜ਼ਾਦ ਹੋਇਆ ਨੂੰ। ਜੀ। ਇੰਨੇ 'ਚ ਗਿਰਾਵਟ ਨਜ਼ਰ ਆਉਣ ਲੱਗ ਪਈ ਸੀ। ਓਕੇ। ਸੋ ਜਿਹੜੀ ਕਰਪਸ਼ਨ ਉਸ ਤੋਂ ਬਾਅਦ, ਇਹ ਤਾਂ ਜਦੋਂ ਆਦਮੀ ਗਿਰ ਜਾਵੇ ਫਿਰ ਤਾਂ ਕੋਈ ਉਹਦੀ ਥਾਂ ਹੈ ਨਹੀਂ ਨਾ, ਉਹਦੀ ਥਾਂ ਕੋਈ ਨਹੀਂ, ਉਹਦਾ ਥੱਲਾ ਕੋਈ ਨਹੀਂ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਭਗਵੰਤ ਸਿੰਘ ਮਾਨ ਦੀ ਸਰਕਾਰ ਤੇ ਕਿੰਨੀ ਕਾਸ ਹੈ? ਸਤਾ ਭਗਵੰਤ ਸਿੰਘ ਮਾਨ ਦਾ ਇੱਕੋ ਹੀ ਦੁਸ਼ਮਣ ਹੈ, ਹੋਰ ਕੋਈ ਉਹਦਾ ਇਸ ਵੇਲੇ ਦੁਸ਼ਮਣ ਨਹੀਂ ਹੈ। ਸਤਾ ਭਗਵੰਤ ਸਿੰਘ ਮਾਨ ਦਾ ਦੁਸ਼ਮਣ ਸਦਾ ਭਗਵੰਤ ਸਿੰਘ ਮਾਨ ਹੈ। ਉਹ ਕਿਵੇਂ ਜੀ? ਜੇ ਉਹਨੇ ਆਪਣੀ ਸ਼ਰਾਬ ਤੇ ਕੰਟਰੋਲ ਨਾ ਕੀਤਾ, ਉਹ ਬਹੁਤ ਜਲਦੀ ਸਭ ਕੁਝ ਗੁਆ ਬੈਠੇਗਾ। ਜੇ ਕੰਟਰੋਲ ਕਰ ਲਿਆ? ਹੁੰਦਾ ਨਹੀਂ ਹੁੰਦਾ। ਜਿਸ ਸਟੇਜ ਤੇ ਜੋ ਉਹਦੀ ਲਾਈਫ ਦਾ ਹੁਣ ਤਾਈਂ ਸਾਨੂੰ ਪਤਾ ਲੱਗਾ ਹੈ, ਮੀਡੀਆ ਤੋਂ ਹੀ ਪਤਾ ਲੱਗਦਾ ਹੈ, ਜੋ ਹੁਣ ਤਾਈਂ ਪਤਾ ਲੱਗਾ ਹੈ, ਕਿਉਂਕਿ केजरीवाल बहुत शातिर आदमी है, बड़ा होशियार आदमी है और 40 बंदे उन्हें बड़े हौसले नाल डिफेक्टरां नूं टिकटां दित्तियां। चर्चा बहुत हो रहा है, ਇਹਦੇ ਤੋਂ ਇੰਨਾ, ਇਹਦੇ ਤੋਂ ਇੰਨਾ, ਇਹਦੇ ਤੋਂ ਇੰਨਾ ਹੋ ਰਿਹਾ ਕਿ ਨਹੀਂ ਹੋ ਰਿਹਾ? ਚਾਰੇ ਪਾਸੇ ਹੋ ਰਿਹਾ। ਉਹ ਬੜਾ ਹੌਸਲੇ ਵਾਲਾ ਬੰਦਾ। ਜਦੋਂ ਉਹਨੇ ਦੇਖੀ ਨਾ ਕਿ ਹਾਂ ਲੋਕ ਹੁਣ ਮੱਖੀਆਂ ਵਾਂਗੂ ਮਗਰ ਪੈ ਗਏ ਮੇਰੇ, ਉਹਨੇ ਫਿਰ ਜਿਹੜੀ ਆਪਣੀ ਮਾੜੀ ਮੋਟੀ ਪ੍ਰੀਕਾਸ਼ਨ ਸੀ, ਜਿਹੜੀ ਕਿ ਪਿਛਲੀ ਹਾਰ ਤੋਂ ਉਹਨੇ ਥੋੜ੍ਹੀ ਚੌਕਸੀ ਵਰਤੀ ਸੀ, ਉਹ ਜਲਦੀ ਗਵਾ ਲੈਂਦਾ, ਉਹਨੇ ਉਹ ਗਵਾ ਲਈ। ਹੁਣ ਰਾਜ ਸਭਾ ਦੀਆਂ ਸੀਟਾਂ
ਕੋਈ ਪੰਜਾਬ ਦਾ ਇੰਟਰਸਟ ਉਹਨਾਂ ਨੂੰ ਸੇਫਗਾਰਡ ਕਰਨ ਵਾਲਾ ਉਹਨਾਂ 'ਚ ਕੋਈ ਹੈ। ਔਰ ਜ਼ਿਕਰ ਇਹੋ ਹੋ ਰਿਹਾ ਵੀ ਹਾਂ ਕੀ ਲੈਣ ਦੇਣ ਹੋਇਆ ਕੀ ਨਹੀਂ ਹੋਇਆ। ਸੋ ਇਹ ਚੀਜ਼ ਹੈਗੀ ਆ, ਉਹ ਆਪਣੀ ਭੁਗਤੇਗਾ। ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਵੇਂ ਲੋਕ ਉਹਦੇ ਮਗਰ ਲੱਗੇ ਨੇ, ਉਹਦਾ ਦੁਸ਼ਮਣ ਉਹ ਆਪ ਹੈ। ਜੇ ਸੰਭਲ ਜਾਏਗਾ ਤੇ ਮੈਂ ਬਹੁਤ ਖੁਸ਼ ਹੋਵਾਂਗਾ। I will be very happy. He is an ex-student of my university. ਅੱਛਾ ਜੀ। And I've known him earlier. ਲੇਕਿਨ you have to control yourself। ਬੰਦਾ ਤਾਂ ਬਣਨਾ ਪੈਂਦਾ। ਜੀ ਜੀ। ਜੇ ਤੁਸੀਂ ਪਾਵਰ ਇੰਜੋਏ ਕਰਨੀ ਹੈ, you have to be above blame and blemish। ਹੁਣ ਚੰਨੀ ਨਾਲ ਕੀ ਹੋਇਆ? ਕੁਝ ਮਹੀਨਿਆਂ ਚੀਫ ਮਿਨਿਸਟਰੀ ਗਵਾ ਬੈਠਾ, ਜੋ ਸੱਚੀ ਗੱਲ ਬਾਹਰ ਆ ਗਈ। ਤੇ ਇਹ ਸੱਚੀ ਗੱਲ ਤਾਂ ਸਵੇਰੇ ਉੱਥੇ ਸੁਣਿਆ। ਹੁਣ ਦਮਦਮਾ ਸਾਹਿਬ ਵੀ ਥੋੜ੍ਹਾ ਜਿਹਾ ਗਏ ਤੇ ਉੱਥੇ ਵੀ ਕੁਝ ਹੋਇਆ, ਕੁਝ ਪ੍ਰੈਸ ਕਾਨਫਰੰਸ ਵਿੱਚ ਵੀ ਗੱਲਾਂ ਇੱਦਾਂ ਦੀਆਂ ਕੀਤੀਆਂ ਇਹਨਾਂ ਨੇ। He has to take control over himself first. He must do that. He owes it to Punjab ਕਿ ਆਪਣੇ ਆਪ ਨੂੰ ਜ਼ਬਤ ਵਿੱਚ ਰੱਖੇ। ਬਾਕੀ ਉਹ ਚੀਫ ਮਿਨਿਸਟਰ ਸਾਹਿਬ ਨੇ, ਮੈਂ ਉਹਨਾਂ ਨੂੰ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ। ਸੋ SS ਬੋਪਾ ਰਾਏ ਜੀ ਨੈਚੁਰਲ ਕੁਦਰਤੀ ਬੋਲਦੇ ਨੇ, ਔਰ ਖਾਸੀਅਤ ਇਹ ਹੈ ਵੀ ਜੋ ਉਹਨਾਂ ਦੇ ਮਨ 'ਚ ਹੈ ਉਹ ਸਾਰਾ ਕੁਝ ਹੀ ਬਾਹਰ ਰੱਖ ਦਿੰਦੇ ਨੇ। ਮੈਨੂੰ ਲੱਗਦਾ ਇਹੀ ਇਹਨਾਂ ਦੀ ਸ਼ਖਸੀਅਤ ਦਾ ਖੂਬਸੂਰਤ ਹਿੱਸਾ ਜਿਹੜਾ ਅੱਜ ਸਾਨੂੰ ਸੁਣਨ ਨੂੰ ਮਿਲਿਆ। ਪਰ ਇਹਨਾਂ ਨਾਲ ਗੱਲਬਾਤ ਬੰਦ ਕਰਨ ਨੂੰ ਚਿੱਤ ਜਿਹਾ ਨਹੀਂ ਕਰਦਾ, ਕਿਉਂਕਿ ਇਹਨਾਂ ਕੋਲ ਪੰਜਾਬ ਦੀਆਂ ਯਾਦਾਂ ਦਾ ਭੰਡਾਰ ਹੈ। ਯਤਨ ਕਰਾਂਗੇ ਉਹ ਭੰਡਾਰ ਨੂੰ ਫਿਰ ਫਰੋਲਣ ਲਈ ਇਹਨਾਂ ਕੋਲ ਆਈਏ ਔਰ ਇਹਨਾਂ ਦੇ ਅੰਦਰ ਨੂੰ ਫਿਰ ਖਰੋਦੀਏ ਤੇ ਇਹਨਾਂ ਦੇ ਬੋਲਾਂ ਨਾਲ ਸ਼ਾਇਦ ਪੰਜਾਬ ਕੋਈ ਨਵੀਂ ਸੇਧ ਲੈ ਸਕੇ। ਅੱਜ ਲਈ ਇੰਨਾ ਹੀ। ਦੁਬਾਰਾ ਫਿਰ ਇਸੇ ਤਰ੍ਹਾਂ ਦੀ ਖੂਬਸੂਰਤ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਸਨਮੁਖ ਹੋਵਾਂਗੇ।